नानक दासन दास तुद आगे बिन बता। पौड़ी बड़ी वड्डा पार तेरा मर्तबा, रंग प्रंग नेक न जापन करतबा। जिया अंदर जियो सबके जान ला, सबके तेरे वस। तेरा कर भला तेरे कर आनंद बधाई तुद कर। मान मत्ता तेज अपना आप जर, सर्ब कला भरपूर। सर्ब कला भरपूर जी सहजत कथा। नानक दासन दास तुदे आगे बिन बता सलो। पवन गुरु पानी पिता, माता तरत महत। दिवस रात दाए दाया, खिलै सगल जगत। चंगियां बुरियां वाचे मधुर। करमी आपो अपनी, की निड़ै की दूर। जिनी नाम ते आया, गए मुस्कित काल। नानक ते मुख उजले, कीती छुटे नाल। वाहिगुरु जी का खालसा, वाहिगुरु जी की फतेह। श्री वाहिगुरु जी। गुरु नानक पाद बंदन पाद, सिमरो अंगद। गुर अमरदास हृदय नित, हृदय नित। श्री गुरु रामदास, गुरु अर्जन बिघनन। हर गोबिंद शुभ मत, श्री हर राय नमो। कर जोरी नमो, श्री हर कृष्ण। तेग बहादुर परम, वाहिगुरु परम। श्री गुरु गोबिंद, तरो तरा पर। वाहिगुरु बंदो
ਵਿਲਾਸਾ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਕੋ ਹਾਸ ਬਿਲਾਸਾ। ਕਰਤ ਹੁਤੇ ਤਿਹ ਠਾਂ ਸੁਖ ਰਾਸਾ। ਤਿਹ ਛਿਨ ਏਕ ਰਿਖੀ ਚਲ ਆਇਓ। ਹਰ ਸਿਮਰਨ ਮਹਿ ਜੋ ਲਪਟਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਐਸੇ ਦੀਨ ਦਿਆਲ ਸਤਿਗੁਰਾਂ ਦੀ ਪਾਵਨ ਸ਼ਰਨ ਵਿੱਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਲਾ ਕੇ ਸਫਲਾ ਬਣਾ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਧਰੂ ਜੀ ਨਾਲ ਵਾਰਤਾਲਾਪ ਕਰਕੇ ਅੱਗੇ ਵਧੇ ਹਨ। ਰਸਤੇ ਵਿੱਚ ਅਨੇਕਾਂ ਗਿਰ ਪਹਾੜ ਆ ਰਹੇ ਨੇ। ਚਲਦਿਆਂ ਚਲਦਿਆਂ ਇੱਕ ਐਸੇ ਪਹਾੜ ਤੇ ਪਹੁੰਚੇ ਨੇ ਜਿੱਥੇ ਕੋਈ ਨਜ਼ਰ ਨਹੀਂ ਆਉਂਦਾ। ਭਾਈ ਮਰਦਾਨਾ ਜੀ ਪੁੱਛਦੇ ਮਹਾਰਾਜ ਕਿ ਇੱਥੇ ਕੋਈ ਰਹਿੰਦਾ ਹੋਵੇਗਾ। ਸਾਹਿਬ ਆਖਿਆ ਨਹੀਂ ਮਰਦਾਨਿਆ, ਇਸ ਤੋਂ ਅੱਗੇ ਇੱਕ ਹੋਰ ਪਹਾੜ ਆਉਣਾ, ਉੱਥੇ ਸਤਿਪੁਰਸ਼ ਮਹਾਂਪੁਰਸ਼ ਫਕੀਰ ਲੋਕ ਰਹਿੰਦੇ ਹਨ। ਗਏ, ਬੜਾ ਸੋਹਣਾ ਬਾਗ ਹੈ, ਬੜੇ ਸੁੰਦਰ ਫਲਦਾਰ ਬੂਟੇ ਨੇ। ਸਤਿਗੁਰਾਂ ਕੋਲੋਂ ਆਗਿਆ ਲੈ ਕੇ ਭਾਈ ਸਾਹਿਬ ਜੀ ਫਲ ਲਿਆਏ, ਤੋੜ ਕੇ ਗੁਰਦੇਵ ਨੂੰ ਭੇਟ ਕੀਤੇ ਔਰ ਆਪ ਭਾਈ ਮਰਦਾਨਾ ਜੀ ਮਨ ਭਾਉਂਦੇ ਫਲ ਛਕਣ ਲੱਗੇ। ਛਕ ਕੇ ਚੰਗੀ ਤਰ੍ਹਾਂ ਤ੍ਰਿਪਤ ਹੋ ਕੇ ਕੁਝ ਫਲ ਤੋੜ ਕੇ ਆਪਣੇ ਪੱਲੇ ਨਾਲ ਬੰਨ੍ਹ ਲਏ। ਗੁਰਦੇਵ ਕੋਲ ਆਏ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਂਦਿਆਂ ਕਹਿੰਦੇ, ਮਰਦਾਨਿਆਂ ਜੇ ਕੋਈ ਕਮੀ ਪੇਸ਼ੀ ਤੇ ਹੋਰ ਫਲ ਦੇ ਦਈਏ। ਕਹਿਣ ਲੱਗਾ ਮਹਾਰਾਜ ਉੱਦਾਂ ਤਾਂ ਕੋਈ ਇੱਛਾ ਨਹੀਂ, ਪਰ ਜੇ ਤੁਸੀਂ ਆਪਣੇ ਪਾਵਨ ਹੱਥਾਂ ਨਾਲ ਦੇਣੇ ਆ ਤਾਂ 2 ਕੁ ਫਲ ਦੇ ਦਿਓ, ਛਕ ਲੈਨੇ। ਮਹਾਰਾਜ ਅੱਗੇ ਤੁਸੀਂ ਅਨੇਕਾਂ ਥਾਵਾਂ ਤੇ ਲੈ ਜਾਂਦੇ ਹੋ, ਜੇ ਇੱਥੇ ਆਪਾਂ ਕੁਝ ਸਮਾਂ ਰਹਿ ਜਾਈਏ ਵਧੀਆ ਫਲ ਖਾਣ ਨੂੰ ਮਿਲਣਗੇ। ਇੱਥੇ ਨਾ ਫਲਾਂ ਨੂੰ ਕੋਈ ਖਾਂਦਾ ਹੋਵੇਗਾ, ਕੋਈ ਦਿਸਦਾ ਤਾਂ ਹੈ ਨਹੀਂ। ਮਹਾਰਾਜ ਜੀ ਕਹਿੰਦੇ ਜੇ ਪੈਦਾ ਕੀਤੇ ਆ ਤਾਂ ਇਹਨਾਂ ਨੂੰ ਖਾਣ ਵਾਲੇ ਵੀ ਹੋਣਗੇ ਮਰਦਾਨਿਆਂ, ਨਹੀਂ ਤਾਂ ਪਰਮੇਸ਼ਰ ਇਹ ਫਲ ਬਣਾਉਂਦਾ ਕਿਉਂ, ਪੈਦਾ ਕਿਉਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨਾਲ ਹਾਸ ਵਿਲਾਸ ਕਰ ਰਹੇ ਨੇ, ਬਚਨ ਵਿਲਾਸ ਕਰ ਰਹੇ ਨੇ। ਸਾਹਿਬ ਜੀ ਦੇ ਚਰਨਾਂ 'ਚ ਭਾਈ ਬਾਲਾ ਜੀ ਬੈਠੇ ਹੈ, ਭਾਈ ਮਰਦਾਨਾ ਜੀ ਬੈਠੇ ਹਨ। ਇਤਨੇ ਨੂੰ ਇੱਕ ਸਤਿਪੁਰਸ਼, ਇੱਕ ਰਿਸ਼ੀ ਗੁਰਦੇਵ ਵੱਲ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੀ ਪਵਿੱਤਰ ਅੰਮ੍ਰਿਤਮਈ ਕਥਾ ਸਰਵਣ ਕਰੀਏ। ਸਾਹਿਬਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਇਸ ਪ੍ਰਕਾਰ ਕੋ ਹਾਸ ਬਿਲਾਸਾ। ਭਾਈ ਮਰਦਾਨੇ ਨਾਲ ਬੈਠਿਆਂ ਸਤਿਗੁਰੂ ਜੀ ਇਸ ਪ੍ਰਕਾਰ ਹਾਸ ਵਿਲਾਸ ਕਰਦੇ ਹਨ। ਕਰਤ ਹੁਤੇ ਤੇ ਠਾਂ ਸੁਖ ਰਾਸਾ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਕੁਝ ਸਮੇਂ ਲਈ ਬੈਠੇ ਰਹੇ ਤੇ ਛਿਨ ਏਕ ਰਿਖੀ ਚੱਲ ਆਇਓ। ਕਿ ਇਤਨੇ ਨੂੰ ਇੱਕ ਰਿਸ਼ੀ ਜਿਹੜਾ ਉਸੇ ਬਨ ਵਿੱਚ ਉਸੇ ਜੰਗਲ 'ਚ ਰਹਿੰਦਾ ਸੀ, ਉਹ ਰਿਸ਼ੀ ਉੱਥੇ ਟਹਿਲਦਾ ਚੱਲ ਕੇ ਆਇਆ। ਹਰ ਸਿਮਰਨ ਮਹਿ ਜੋ ਲਪਟਾਇਓ। ਇਹ ਰਿਸ਼ੀ ਐਸਾ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਭਿੱਜਾ ਰਹਿੰਦਾ। ਖਾਲਸਾ ਜੀ, ਜੈਸਾ ਕੋਈ ਹੋਵੇ ਉਹਨੂੰ ਤੈਸਾ ਅੱਗੇ ਮਿਲ ਜਾਂਦਾ ਹੈ। ਜੇ ਕੋਈ ਸਾਧਕ ਹੋਵੇ ਉਹਨੂੰ ਸਾਧਕ ਮਿਲ ਜਾਂਦੇ ਆ। ਚੋਰ ਨੂੰ ਚੋਰ ਟੱਕਰ ਜਾਂਦੇ ਆ, ਸਾਧਾਂ ਨੂੰ ਸਾਧ ਟੱਕਰ ਜਾਂਦੇ ਆ। ਉੱਡਦੇ ਨੂੰ ਉੱਡਦੇ ਮਿਲਦੇ ਆ, ਤੁਰਦਿਆਂ ਨੂੰ ਤੁਰਦੇ ਮਿਲ ਪੈਂਦੇ ਆ। ਇਹ ਸੰਸਾਰ ਵਿੱਚ ਬਹੁਤ ਸਾਰੇ ਐਸੇ ਸਾਧਕ ਨੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਆ। ਅਸੀਂ ਕਹਿੰਦੇ ਆ ਜੀ ਕੋਈ ਭਜਨ ਕਰਨ ਵਾਲਾ ਦਿਸਦਾ ਹੀ ਨਹੀਂ। ਖਾਲਸਾ ਜੀ, ਕਿਉਂਕਿ ਸਾਡੇ ਆਪਣੇ ਅੰਦਰ ਭਜਨ ਨਹੀਂ ਤਾਂ ਨਜ਼ਰ ਨਹੀਂ ਆਉਂਦਾ। ਆਪ ਭਜਨ ਕਰਨ ਲੱਗ ਪਓ ਤੇ ਭਜਨ ਕਰਨ ਵਾਲੇ ਦਿਸਣ ਲੱਗ ਪੈਂਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਐਸੇ ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਤਪਸਵੀਆਂ ਨੂੰ ਦਰਸ਼ਨ ਦੇ ਰਹੇ ਨੇ ਜਿੱਥੇ ਜਿੱਥੇ ਬੈਠੇ ਨੇ। ਪੂਰੇ ਸੰਸਾਰ ਭਰ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਕੋਈ ਰੂਹ ਬੈਠੀ ਪਰਮੇਸ਼ਰ ਨੂੰ ਆਰਾਧ ਰਹੀ ਹੈ। ਜਿਨ੍ਹਾਂ ਬਾਬਤ ਮਹਾਰਾਜ ਜੀ ਕਹਿੰਦੇ ਅਸੰਖ ਜਾਪ, ਉਹ ਅਨੇਕਾਂ ਹੀ ਨੇ, ਅਣਗਿਣਤੀ ਨੇ ਜਿਹੜੇ ਪਰਮੇਸ਼ਰ ਦੇ ਜਾਪ ਨੂੰ ਜਪ ਰਹੇ ਨੇ। ਅਨੇਕਾਂ ਹੀ, ਉਹਨਾਂ ਦੀ ਗਿਣਤੀ ਕੋਈ ਨਹੀਂ। ਇਹ ਰਿਸ਼ੀ ਜਿਹੜਾ ਪਰਮੇਸ਼ਰ ਦੇ ਭਜਨ ਦੇ ਰੰਗ 'ਚ ਰੰਗਿਆ ਹੋਇਆ ਹੈ, ਪਰਮੇਸ਼ਰ ਦੇ ਸਿਮਰਨ ਵਿੱਚ ਇਹਦੀ ਮੱਤ ਰੰਗੀ ਹੋਈ ਹੈ। ਇਹ ਭਜਨ ਕਰਦਾ ਕਰਦਾ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਚੱਲ ਕੇ ਆਇਆ। ਹਮ ਹੈ ਬਿਲੋਕਤ ਬੋਲਿਓ ਸੋ। ਸਤਿਗੁਰੂ ਜੀ ਨੂੰ, ਭਾਈ ਬਾਲਾ ਜੀ ਮਰਦਾਨਾ ਜੀ ਨੂੰ ਵੇਖ ਕੇ ਇਹ ਮਹਾਂਪੁਰਸ਼ ਜਿਹੜੇ ਰਿਸ਼ੀ ਸਨ ਇਹ ਬੋਲੇ, ਕਹਿਣ ਲੱਗੇ ਇਹਾਂ ਨਾ ਪਹੁੰਚਿਓ ਕਬ ਅਸ ਕੋ। ਮਹਾਰਾਜ, ਇੱਥੇ ਤਾਂ ਅਜ ਤਾਈਂ ਕੋਈ ਪਹੁੰਚਿਆ ਹੀ ਨਹੀਂ, ਕਿਉਂਕਿ ਬੜੇ ਕਿਸੇ ਇਕਾਂਤ ਵਾਲੀ ਜਗ੍ਹਾ ਤੇ ਸਿਖਰ ਤੇ ਪਹਾੜ ਸੀ ਜਿੱਥੇ ਸਤਿਗੁਰੂ ਜੀ ਨੇ ਆ ਕੇ ਆਪਣੇ ਚਰਨ ਪਾਏ ਨੇ। ਇਸ ਪਹਾੜ ਦਾ ਨਾਮ ਸੀਲਾਗਿਰ ਹੈ। ਤੋ ਕਹਿਣ ਲੱਗਾ, ਮਹਾਰਾਜ ਇੱਥੇ ਤਾਈਂ ਤਾਂ ਅੱਜ ਤੋਂ ਪਹਿਲਾਂ ਕੋਈ ਨਹੀਂ ਪਹੁੰਚਿਆ। ਕੋ ਤੁਮ ਕੈਸੇ ਆਨ ਪਹੁੰਚੇ। ਪੁੱਛਦਾ, ਕੌਣ ਹੋ ਜੀ ਤੁਸੀਂ? ਇੱਥੇ ਕਿਵੇਂ ਪਹੁੰਚ ਗਏ? ਕਿਸ ਤਾਣ ਨਾਲ, ਕਿਸ ਬਲ ਨਾਲ ਇੱਥੇ ਪਹੁੰਚ ਗਏ? ਬਿਖਮ ਥਾਨ ਪੂਤੇ ਗਿਰ ਉੱਚੇ। ਇਹ ਤਾਂ ਬੜੀ ਬਿਖਮ ਥਾਂ ਹੈ। ਧਰਤੀ ਤੋਂ ਜਿਹੜਾ ਮੈਦਾਨੀ ਇਲਾਕਾ ਹੈ ਉਹਦੇ ਤੋਂ ਬੜਾ ਉੱਚਾ ਥਾਂ ਹੈ। ਇਹ ਪਹਾੜਾਂ ਦਾ ਬੜਾ ਬਿਖਮ ਥਾਂ ਹੈ। ਇੱਥੇ ਤੱਕ ਮਹਾਰਾਜ ਜੀ ਤੁਸੀਂ ਕਿਵੇਂ ਪਹੁੰਚ ਗਏ ਹੋ? ਤੁਸੀਂ ਕੌਣ ਹੋ ਜੋ ਇੱਥੇ ਚੱਲ ਕੇ ਆਏ ਹੋ? ਅਵਲੋਕਤ ਅਚਰਜ ਉਰ ਆਈ ਹੈ। ਤੁਹਾਨੂੰ ਵੇਖ ਕੇ ਮੇਰਾ ਮਨ ਹੈਰਾਨ ਹੁੰਦਾ ਹੈ, ਅਸਚਰਜ ਹੁੰਦਾ ਹੈ, ਵਿਸਮਾਦ ਹੁੰਦਾ ਹੈ ਕਿ ਤੁਸੀਂ ਇੱਥੇ ਪਹੁੰਚ ਕਿਵੇਂ ਗਏ। ਖਾਲਸਾ ਜੀ, ਜਿਹੜੇ ਸਾਧਕ ਹੁੰਦੇ ਆ ਜਿਨ੍ਹਾਂ ਨੇ ਦੁਨੀਆ ਨਾਲੋਂ ਇਕਾਂਤ ਵਿੱਚ ਜਾ ਕੇ ਭਜਨ ਕਰਨ ਦੀ ਬਿਰਤੀ ਬਣਾ ਲਈ ਹੁੰਦੀ ਹੈ, ਉਹ ਅਕਸਰ ਇਹੋ ਜਿਹੀਆਂ ਬਿਖਮ ਥਾਵਾਂ ਤੇ ਜਾ ਪਹੁੰਚਦੇ ਨੇ ਜਿੱਥੇ ਤਾਈਂ ਉਹਨਾਂ ਕੋਲ ਕੋਈ ਪਹੁੰਚ ਨਾ ਸਕੇ। ਪਰ ਜਿਹੜੇ ਸਾਧਕ ਹੁੰਦੇ ਆ ਫਿਰ ਵੀ ਉਹਨਾਂ ਨੂੰ ਲੱਭ ਲੈਂਦੇ ਆ। ਜਗਿਆਸੂ ਫਿਰ ਵੀ ਲੱਭ ਲੈਂਦੇ ਆ। ਬਾਣੀਆਂ ਗੁੜ ਜਿੰਨਾ ਮਰਜ਼ੀ ਲੁਕਾ ਕੇ ਰੱਖ ਲੇ, ਪਰ ਕੀੜੀਆਂ ਫਿਰ ਉੱਥੇ ਜਾ ਪਹੁੰਚਦੀਆਂ, ਉਹ ਫਿਰ ਵੀ ਲੱਭ ਲੈਂਦੀਆਂ, ਦੁਕਾਨ 'ਤੇ ਜਿੱਥੇ ਮਰਜ਼ੀ ਰੱਖਿਆ ਹੋਵੇ। ਰੱਬ ਦੇ ਪਿਆਰੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕਾ ਕੇ ਰੱਖਣ, ਜਿਹੜੇ ਜਗਿਆਸੂ ਆ ਉਹਨਾਂ ਨੂੰ ਲੱਭ ਹੀ ਲੈਂਦੇ। ਅਕਸਰ ਇਹੋ ਜਿਹੇ ਮਹਾਂਪੁਰਸ਼ ਮਹਾਤਮਾ ਜਿਹੜੇ ਆ ਉਹ ਬਿਖਮ ਥਾਵਾਂ ਦੇ ਉੱਤੇ ਰਹਿੰਦੇ ਹਨ। ਇਸ ਕਰਕੇ ਰਹਿੰਦੇ ਹਨ ਕਿ ਕੋਈ ਸਾਡੇ ਤੱਕ ਆਵੇ ਹੀ ਨਾ। ਚੱਲ ਬੋਲਿਆ ਆਪਾਂ ਉੱਥੇ ਚੱਲੀਏ ਜਿੱਥੇ ਦੇ ਸਾਰੇ ਅੰਨੇ, ਨਾ ਕੋਈ ਮੇਰੀ ਜਾਤ ਪਛਾਣੇ ਤੇ ਨਾ ਕੋਈ ਮੇਰੀ ਮੰਨੇ। ਇਹੋ ਜਿਹੀ ਜਗ੍ਹਾ ਦੇ ਉੱਤੇ ਚਲੇ ਜਾਈਏ ਜਿੱਥੇ ਕੋਈ ਜਾਣ ਪਹਿਚਾਣ ਨਾ ਹੋਵੇ, ਕੋਈ ਆਵੇ ਨਾ। ਉਹ ਇਕਾਂਤ ਰੱਬ ਦੇ ਪਿਆਰਿਆਂ ਨੂੰ ਪਿਆਰਾ ਲੱਗਦਾ ਹੈ। ਇਕਾਂਤ ਆਮ ਕਰਕੇ ਇਕਾਂਤ ਬਹੁਤਿਆਂ ਵਾਸਤੇ ਦੁਖਦਾਈ ਹੋ ਜਾਂਦਾ ਹੈ। ਇਕਾਂਤ ਬਹੁਤਿਆਂ ਵਾਸਤੇ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਇਕਾਂਤ ਬਹੁਤਿਆਂ ਦੇ ਹਿਰਦਿਆਂ ਵਿੱਚ ਖੜਬੜਾਹਟ ਪੈਦਾ ਕਰ ਦਿੰਦਾ, ਘਬਰਾਹਟ ਪੈਦਾ ਕਰ ਦਿੰਦਾ ਹੈ। ਪਰ ਜਗਿਆਸੂਆਂ ਦੇ ਅੰਦਰ ਉਹੀ ਇਕਾਂਤ ਆਨੰਦ ਪੈਦਾ ਕਰ ਦਿੰਦਾ, ਖੇੜਾ ਪੈਦਾ ਕਰ ਦਿੰਦਾ ਹੈ। ਯੋਗੀਆਂ ਤੇ ਭੋਗੀਆਂ ਦੋਨਿਆਂ ਨੂੰ ਇਕਾਂਤ ਚਾਹੀਦਾ ਹੁੰਦਾ। ਤੋ ਰੱਬ ਦੇ ਪਿਆਰੇ ਅਕਸਰ ਐਸੇ ਕਦੇ ਇਕਾਂਤ ਵਿੱਚ
ਗੁਰਬਾਣੀ ਦਾ ਮਹਾਵਾਕ ਹੈ ਕਿ ਕੋਈ ਘਰ ਵਿੱਚ ਬਹਿ ਕੇ ਆਰਾਧੇ ਤੇ ਭਾਵੇਂ ਘਰ ਛੱਡ ਕੇ ਬਾਹਰ ਜਾ ਕੇ ਆਰਾਧੇ, ਗੱਲ ਆਰਾਧਨਾ ਦੀ ਹੈ। ਤੇ ਜੇ ਭਜਨ ਨਹੀਂ ਕਰਦਾ ਤੇ ਫਿਰ ਘਰ ਛੱਡ ਕੇ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੈ। ਮਹਾਰਾਜ ਜੀ ਨੇ ਗ੍ਰਸਤੀ ਨੂੰ ਵੀ ਓਨਾ ਹੀ ਸਤਿਕਾਰ ਦਿੱਤਾ ਜਿੰਨਾ ਇੱਕ ਬਿਹੰਗਮ ਨੂੰ ਦਿੱਤਾ ਹੈ। ਜਿਹੜਾ ਸ਼ਾਦੀ ਨਾ ਕਰਾਵੇ, ਬਿਹੰਗਮ ਹੋਵੇ, ਐਸਾ ਨਹੀਂ ਕਿ ਕੋਈ ਕਹੇ ਜੀ ਮੈਂ ਬਿਹੰਗਮ ਆ ਤੇ ਮੇਰੀ ਵੱਧ ਉੱਚੀ ਪਦਵੀ ਹੋ ਗਈ ਹੈ। ਗ੍ਰਸਤੀ ਵੀ ਆਪਣੇ ਘਰ ਵਿੱਚ ਆਪਣੇ ਘਰ ਨੂੰ ਬਨ ਰੂਪ ਸਮਝ ਕੇ ਪਰਮੇਸ਼ਰ ਦੀ ਆਰਾਧਨਾ ਕਰਨ ਲੱਗ ਪਵੇ ਤਾਂ ਉਹ ਗ੍ਰਸਤੀ ਵੀ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੈ। ਅਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਦਾਂ ਦੀ ਉਪਰਾਮਤਾ ਉਹਦੇ ਹਿਰਦੇ 'ਚ ਬਣੀ ਹੋਣੀ ਚਾਹੀਦੀ ਹੈ। ਘਰ ਛੱਡ ਕੇ ਵੀ ਜੇ ਹਿਰਦੇ 'ਚ ਉਪਰਾਮਤਾ ਨਹੀਂ ਬਣੀ ਤੇ ਫਿਰ ਐਸੇ ਘਰ ਛੱਡੇ ਦਾ ਕੋਈ ਲਾਭ ਨਹੀਂ ਹੈ। ਚਲੋ ਇਕਾਂਤ ਵਾਲੀ ਜਗ੍ਹਾ ਗੁਰਮੁਖਾਂ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਇਹ ਸਾਧਕ ਸਾਧਨਾ ਕਰਨ ਵਾਲੇ ਵਾਸਤੇ ਕਹਿੰਦਾ ਜੀ ਇੰਨੀ ਬਿਖਮ ਥਾਂ ਹੈ, ਧਰਤੀ ਤੋਂ ਇੱਥੇ ਤੱਕ ਆਉਣਾ ਬੜਾ ਔਖਾ ਹੈ। ਤੁਸੀਂ ਕਿਵੇਂ ਪਹੁੰਚ ਗਏ ਜੀ? ਤੁਹਾਨੂੰ ਇੱਥੇ ਪਹੁੰਚਿਆ ਵੇਖ ਕੇ ਮੇਰਾ ਮਨ ਹੈਰਾਨ ਹੋ ਰਿਹਾ ਹੈ। ਮੁਝੇ ਆਪਨੋ ਨਾਮ ਬਤਾਈ ਹੈ, ਮੈਨੂੰ ਕਿਰਪਾ ਕਰਕੇ ਆਪਣਾ ਨਾਮ ਦੱਸੋ ਜੀ, ਤੁਸੀਂ ਕੌਣ ਹੋ? ਸੁਨ ਕਰ ਸ਼੍ਰੀ ਗੁਰ ਗਿਰਾਇਓ ਚਾਰੀ। ਜਦੋਂ ਇਸ ਮਹਾਤਮਾ ਨੇ ਸਤਿਗੁਰੂ ਜੀ ਦੇ ਕੋਲੋਂ ਇਹ ਪੁੱਛਿਆ, ਅੱਗੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਨਾਮ ਮੋਰ ਨਾਨਕ ਨਿਰੰਕਾਰੀ। ਪਾਤਸ਼ਾਹ ਕਹਿਣ ਲੱਗੇ, ਸੰਤ ਜੀ ਮੇਰਾ ਨਾਮ ਹੈ ਨਾਨਕ ਨਿਰੰਕਾਰੀ। ਸੰਤ ਭਗਤ ਕੇ ਦਰਸ਼ਨ ਹੇਤੇ। ਤੁਹਾਡੇ ਵਰਗੇ ਸੰਤ ਜਨ, ਤੁਹਾਡੇ ਵਰਗੇ ਭਗਤ ਜਨ ਰੱਬ ਦੇ ਪਿਆਰਿਆਂ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਅਸੀਂ ਇਹੋ ਜੀਆਂ ਥਾਵਾਂ ਤੇ ਪਹੁੰਚੇ ਹਾਂ ਕਿ ਤੁਹਾਡੇ ਵਰਗੇ ਜਿਹੜੇ ਸਾਧਕ ਨੇ, ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਗੁਰਮੁਖ ਰੂਹਾਂ ਨੇ, ਉਹਨਾਂ ਦੇ ਦਰਸ਼ਨਾਂ ਵਾਸਤੇ ਆਏ ਹਾਂ। ਵਿਚਰਤ ਸਰਬ ਥਾਨ ਸੁਖ ਲੇਤੇ। ਇਹੋ ਜੀਆਂ ਥਾਵਾਂ ਤੇ ਵਿਚਰ ਕੇ ਸੁਖ ਲੈ ਰਹੇ ਹਾਂ। ਸੁਨ ਇਉ ਰਿਖ ਹਿਰਦੇ ਹਰ ਖਾਵਾ। ਸਤਿਗੁਰੂ ਜੀ ਦਾ ਨਾਮ ਸੁਣ ਕੇ ਇਹ ਜਿਹੜਾ ਰਿਸ਼ੀ ਸੀ, ਇਹ ਰਿਸ਼ੀ ਜੀ ਬੜੇ ਖੁਸ਼ ਹੋਏ, ਬੜੇ ਹੀ ਪ੍ਰਸੰਨ ਹੋਏ। ਹੇਤ ਬੂਝਨੇ ਬੈਨ ਅਲਾਵਾ। ਮਹਾਰਾਜ ਜੀ ਨੂੰ ਪੁੱਛਣ ਵਾਸਤੇ ਬੋਲੇ, ਕਹਿਣ ਲੱਗੇ, ਸ਼੍ਰੀ ਨਾਨਕ ਜੇ ਹੈ ਤੁਮ ਨਾਮੂ। ਕਹਿਣ ਲੱਗਾ, ਮਹਾਰਾਜ ਜੇ ਤੁਹਾਡਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਤਉ ਚਰਨਨ ਹੋਏ ਮੋਰ ਪ੍ਰਣਾਮੂ। ਤੋ ਮਹਾਰਾਜ ਮੇਰੀ ਪ੍ਰਣਾਮ ਆਪਣੇ ਚਰਨਾਂ ਤੇ ਪ੍ਰਵਾਨ ਕਰਿਓ। ਜੇ ਤੁਸੀਂ ਗੁਰੂ ਨਾਨਕ ਸਾਹਿਬ ਹੋ ਤੇ ਫਿਰ ਮੇਰੀ ਤੁਹਾਡੇ ਚਰਨਾਂ ਵਿੱਚ ਪ੍ਰਣਾਮ ਹੈ। ਗੁਰ ਬੂਝਿਓ ਤੂੰ ਕਿਉਂ ਕਰ ਜਨ ਹੈ। ਮਹਾਰਾਜ ਜੀ ਪੁੱਛਦੇ ਆ, ਰਿਸ਼ੀ ਜੀ ਤੁਸੀਂ ਕਿਵੇਂ ਜਾਣਦੇ ਹੋ ਸਾਡੇ ਬਾਰੇ? ਤੁਹਾਨੂੰ ਕਿਵੇਂ ਸਾਡੇ ਬਾਰੇ ਪਤਾ ਹੈ? ਕਹਿਤੇ ਸੁਨ ਕੇ ਹਮੈ ਪਛਾਨ ਹੈ। ਇਹਦੇ ਕੋਲੋਂ ਸਾਡੇ ਬਾਰੇ ਸੁਣਿਆ ਕਿ ਤੁਸੀਂ ਸਾਡਾ ਨਾਂ ਸੁਣ ਕੇ ਸਾਨੂੰ ਪਹਿਚਾਣ ਲਿਆ। ਮੁਨਵਰ ਭਨੈ ਮੋਰ ਗੁਰ ਪੂਰਾ। ਉਹ ਰਿਸ਼ੀ ਜੀ ਅੱਗੋਂ ਬੋਲੇ, ਕਹਿਣ ਲੱਗੇ ਜੀ ਜਿਹੜੇ ਮੇਰੇ ਗੁਰੂ ਸੀ ਨਾ, ਬੜੇ ਪੂਰਨ ਸਾਧੂ ਸੀ, ਜਿਨ੍ਹਾਂ ਦਾ ਮੈਂ ਚੇਲਾ ਹਾਂ। ਮੇਰੇ ਜਿਹੜੇ ਗੁਰੂ ਸਨ ਉਹ ਬੜੇ ਪੂਰਨ ਮਹਾਪੁਰਸ਼ ਸਨ। ਤੇਹ ਇੱਕ ਸਮੇਂ ਕਹਿਓ ਬਚਰੂਰਾ। ਉਹਨਾਂ ਨੇ ਇੱਕ ਦਿਨ ਮੇਰੇ ਤੇ ਤਰਸ ਕਰਕੇ ਬੜੇ ਪਿਆਰ ਵਿੱਚ ਆ ਕੇ ਮੈਨੂੰ ਇਹ ਬਚਨ ਕਹੇ ਸਨ ਕਲੀ ਕਾਲ ਮੈਂ ਹੋਇ ਅਵਤਾਰਾ। ਕਿ ਕਲੀ ਕਾਲ ਦੇ ਘੋਰ ਭਿਆਨਕ ਸਮੇਂ ਵਿੱਚ ਅਕਾਲ ਪੁਰਖ ਜੀ ਨਿਰੰਕਾਰ ਜੀ ਅਵਤਾਰ ਧਾਰਨ ਕਰਕੇ ਆਉਣਗੇ। ਨਾਮ ਜਪਾਵਨ ਦੰਭ ਬਿਦਾਰਾ। ਉਹ ਨਾਮ ਜਪਾਉਣ ਆਉਣਗੇ ਤੇ ਪਖੰਡ ਦਾ ਨਾਸ਼ ਕਰਨ ਵਾਸਤੇ ਆਉਣਗੇ। ਭਗਤ ਜਗਤ ਮਹਿ ਸੋ ਪ੍ਰਗਟਾਵੇ। ਉਹ ਸਾਰੇ ਸੰਸਾਰ ਵਿੱਚ ਭਗਤੀ ਪ੍ਰਗਟ ਕਰਨਗੇ, ਅਕਾਲ ਪੁਰਖ ਦੀ ਭਗਤੀ ਸੰਸਾਰ ਦੇ ਵਿੱਚ ਜ਼ਾਹਰ ਕਰਨਗੇ। ਜਹ ਤਹ ਉੱਤਮ ਧਰਮ ਚਲਾਵੇ। ਜਿੱਥੇ ਕਿੱਥੇ ਉੱਤਮ ਧਰਮ ਚਲਾਉਣਗੇ, ਸ੍ਰੇਸ਼ਟ ਧਰਮ ਚਲਾਉਣਗੇ। ਸਿੱਖ ਧਰਮ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ। ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ, ਤਿੰਨ ਇਹ ਕਲਮੋ ਧਰਮ ਚਲਾਇਓ। ਇਹ ਧਰਮ ਸਿੱਖ ਧਰਮ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਅੱਜ ਕੱਲ ਕੋਈ ਕਹਿ ਦੇਵੇ ਜੀ ਸਿੱਖ ਧਰਮ ਨਹੀਂ ਹੈ। ਖਾਲਸਾ ਜੀ ਇਹ ਧਰਮ ਹੈ, ਸਿੱਖ ਧਰਮ,
ਜਿਹਦੇ ਬਾਨੀ ਜਗਤ ਗੁਰੂ ਨਾਨਕ ਸਾਹਿਬ ਹਨ। ਇੱਥੇ ਇਹ ਰਿਸ਼ੀ ਜੀ ਵੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਹੋਣਗੇ ਕਲੀ ਕਾਲ ਵਿੱਚ, ਜਿਹੜੇ ਧਰਮ ਚਲਾਉਣਗੇ, ਉੱਤਮ ਧਰਮ ਚਲਾਉਣਗੇ। ਦਰਸ ਕਰਤ ਪੀ ਪਾਵਨ ਮੋਹੀ, ਉਹਨਾਂ ਦੇ ਦਰਸ਼ਨ ਕਰਕੇ ਹਿਰਦਾ ਪਵਿੱਤਰ ਹੋਵੇਗਾ, ਤਨ ਪਵਿੱਤਰ, ਮਨ ਪਵਿੱਤਰ ਹੋਵੇਗਾ। ਸ਼੍ਰੀ ਨਾਨਕ ਜੀ ਹੋ ਤੁਮ ਉਹੀ। ਏ ਗੁਰੂ ਨਾਨਕ ਸਾਹਿਬ ਜੀ, ਤੁਸੀਂ ਉਹੀ ਹੋ ਜਿਹਦੇ ਬਾਰੇ ਮੇਰੇ ਗੁਰੂ ਨੇ ਮੈਨੂੰ ਦੱਸਿਆ ਸੀ। ਤੁਸੀਂ ਉਹੀ ਹੋ ਜਗਤ ਗੁਰੂ ਨਾਨਕ ਪਾਤਸ਼ਾਹ ਜੀ। ਅਸ ਕਹਿ ਬੰਧਨ ਹੇਤ ਸਮੀਪਾ। ਇਸ ਤਰ੍ਹਾਂ ਕਹਿ ਕੇ ਰਿਸ਼ੀ ਜੀ ਪਹਿਲਾਂ ਥੋੜੇ ਜੇ ਦੂਰ ਖੜੇ ਸੀ, ਮਹਾਰਾਜ ਜੀ ਦੀ ਉਪਮਾ ਕਰਕੇ ਸਤਿਗੁਰੂ ਜੀ ਦੇ ਕੋਲ ਆਏ। ਗਇਓ ਜਹਾਂ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਬਾਬਾ ਜੀ ਬੈਠੇ ਸਨ, ਉੱਥੇ ਆਏ। ਨਿਜ ਕਰ ਪਰ ਲੈ ਕਹਿ ਤੇ ਸੀਸੰ। ਮਹਾਰਾਜ ਜੀ ਦੇ ਚਰਨਾਂ ਤੇ ਸਿਰ ਧਰਨ ਲੱਗੇ ਤੇ ਸਤਿਗੁਰਾਂ ਨੇ ਰਿਸ਼ੀ ਜੀ ਦਾ ਸਤਿਕਾਰ ਕਰਦਿਆਂ ਉਹਨਾਂ ਦਾ ਸੀਸ ਏਦਾਂ ਆਪਣੇ ਹੱਥਾਂ ਵਿੱਚ ਲੈ ਲਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਨਮਰਤਾ ਹੈ ਕਿ ਮਹਾਂਪੁਰਸ਼ਾਂ ਦਾ ਗੁਰਸਿੱਖ ਅੰਮ੍ਰਿਤ ਭਜਨ ਬੰਦਗੀ ਕਰਨ ਵਾਲੀਆਂ ਗੁਰਮੁਖ ਰੂਹਾਂ ਦਾ ਸਤਿਕਾਰ ਕਰਦੇ ਸਤਿਗੁਰੂ। ਮੱਥਾ ਟੇਕਣ ਲੱਗੇ, ਮਹਾਰਾਜ ਜੀ ਨੇ ਉਹਨਾਂ ਦਾ ਸੀਸ ਆਪਣੇ ਹੱਥਾਂ ਤੇ ਲੈ ਲਿਆ। ਆਦਰ ਕਰਤ ਭਏ ਜਗਦੀਸ਼ੰ। ਜਗਤ ਦੇ ਈਸ਼ਵਰ ਸਤਿਗੁਰੂ ਜੀ ਆਦਰ ਕੀਤਾ ਬੜਾ, ਉਸ ਮਹਾਂਪੁਰਸ਼ ਦਾ ਬੜਾ ਹੀ ਸਨਮਾਨ ਕੀਤਾ। ਪੂਜਨ ਲਗੇ ਕੌਣ ਤੁਮ ਨਾਮੂ। ਮਹਾਰਾਜ ਜੀ ਪੁੱਛਣ ਲੱਗੇ ਉਸ ਸੰਤ ਨੂੰ, ਉਸ ਰਿਸ਼ੀ ਨੂੰ ਪੁੱਛਦੇ ਐ, ਰਿਸ਼ੀ ਵਰ ਤੁਹਾਡਾ ਕੀ ਨਾਮ ਹੈ? ਗੁਰ ਕੋ ਨਾਮ ਭਨੋ ਅਭਿਰਾਮੂ। ਤੇ ਤੁਹਾਡੇ ਜਿਹੜੇ ਗੁਰੂ ਸੀ ਉਹਨਾਂ ਦਾ ਕੀ ਨਾਮ ਹੈ? ਮੋਹਿ ਨਾਮ ਕਲਿਆਣ ਲਖੀਜੈ। ਉਹ ਅੱਗੋਂ ਬੋਲੇ, ਉਹ ਰਿਸ਼ੀ ਜੀ ਕਹਿਣ ਲੱਗੇ, ਮਹਾਰਾਜ ਮੇਰਾ ਨਾਮ ਹੈ ਕਲਿਆਣ। ਸੀਲ ਸੈਨ ਗੁਰ ਨਾਮ ਜਨੀਜੈ। ਔਰ ਜਿਹੜੇ ਮੇਰੇ ਗੁਰੂ ਨੇ ਉਹਨਾਂ ਦਾ ਨਾਮ ਹੈ ਸੀਲ ਸੈਨ, ਉਹ ਸੀਲ ਸੈਨ ਉਹਨਾਂ ਦਾ ਨਾਮ ਹੈ। ਤੁਮਰੇ ਦਰਸ ਮਿਲਿਓ ਦੁਖ ਹੰਤਾ। ਤੇ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਜੀ ਮੇਰੇ ਸਾਰੇ ਦੁੱਖ ਕੱਟੇ ਗਏ ਹਨ। ਜਪ ਤਪ ਸਗਲੇ ਸਫਲ ਭਵੰਤਾ। ਹੁਣ ਤਾਈ ਮੈਂ ਜਿੰਨੇ ਜਪ ਤਪ ਵਰਤ ਰੱਖੇ ਸੀ, ਜਿੰਨੇ ਨੇਮ ਕੀਤੇ ਸੀ, ਜਿੰਨੇ ਸਾਧਨ ਸਾਧੇ ਸੀ, ਹੇ ਗੁਰੂ ਨਾਨਕ ਸਾਹਿਬ ਤੁਹਾਡੇ ਦਰਸ਼ਨ ਕਰਕੇ ਮੇਰੇ ਉਹ ਸਾਰੇ ਸਫਲੇ ਹੋ ਗਏ। ਮੇਰੇ ਕੀਤੇ ਜਪ ਤਪ ਸਾਧਨ ਸਾਰੇ ਅੱਜ ਸਫਲ ਹੋ ਗਏ ਨੇ ਮਹਾਰਾਜ ਤੁਹਾਡੇ ਦਰਸ਼ਨ ਕਰਕੇ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਮੇਰੇ ਸਾਰੇ ਕਰਮ ਪੂਰਨ ਹੋ ਗਏ ਹਨ। ਇਉ ਮਿਲ ਗਮਨਿਓ ਆਸ਼ਰਮ ਆਪਨ। ਏਦਾਂ ਸਤਿਗੁਰੂ ਜੀ ਨਾਲ ਮਿਲ ਕੇ ਉਹ ਰਿਸ਼ੀ ਜੀ ਜਿਨ੍ਹਾਂ ਦਾ ਨਾਮ ਕਲਿਆਣ ਰਿਸ਼ੀ ਹੈ, ਇਹ ਉੱਠ ਕੇ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪਣੇ ਆਸ਼ਰਮ ਵੱਲ ਗਏ। ਜਹ ਬਹੁ ਤਪੀ ਕਰਹਿ ਬੜ ਤਾਪਨ। ਜਿਸ ਆਸ਼ਰਮ ਵਿੱਚ ਬੜੇ ਬੜੇ ਤਪਸਵੀ ਰਹਿੰਦੇ ਸੀ, ਬੜੀ ਬੜੀ ਤਪੱਸਿਆ ਕਰਨ ਵਾਲੇ ਤਪਸਵੀ ਸਾਧਕ ਰਹਿੰਦੇ ਹਨ। ਹਿਰਦੇ ਰਹਿਓ ਅਧਿਕ ਹਰ ਖਾਈ। ਮਨ ਵਿੱਚ ਕਲਿਆਣ ਰਿਸ਼ੀ ਜੀ ਬੜੇ ਖੁਸ਼ ਹੋਏ, ਬੜੇ ਹੀ ਪ੍ਰਸੰਨ, ਬੜੇ ਹੀ ਖੇੜੇ ਵਿੱਚ ਖਿੜੇ ਹੀ ਗਏ। ਸਭ ਹਿਨ ਕੋ ਸੁਧ ਜਾਏ ਸੁਨਾਈ। ਜਾ ਕੇ ਆਸ਼ਰਮ ਵਿੱਚ ਜਿਹੜੇ ਬਾਕੀ ਤਪਸਵੀ ਸੀ ਇਹਨਾਂ ਦੇ ਸਾਥੀ, ਉਹਨਾਂ ਸਾਰਿਆਂ ਨੂੰ ਜਾ ਕੇ ਖਬਰ ਦਿੱਤੀ। ਸ਼੍ਰੀ ਨਾਨਕ ਜਿਨ ਕੀ ਸ਼ੁਭ ਬਾਤਾ। ਕਹਿਣ ਲੱਗਾ, ਹੇ ਮੇਰੇ ਸਾਥੀਓ ਸੁਣੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀਆਂ ਬਾਤਾਂ ਆਪਾਂ ਸਾਰੇ ਅਕਸਰ ਕਰਦੇ ਸੀ, ਕਰਤ ਹੋ ਤੋ ਕਬ ਕਬ ਮਿਲਤਾ ਤਾ। ਆਪਾਂ ਸਾਰੇ ਮਿਲ ਕੇ ਆਪਣੇ ਗੁਰਦੇਵ ਸੀਲ ਸੈਨ ਨਾਲ ਜਿਨ੍ਹਾਂ ਦੀਆਂ ਬਾਤਾਂ ਕਰਦੇ ਸੀ ਕਿ ਕਲੀ ਕਾਲ ਵਿੱਚ ਕਲਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਹੋਣਗੇ। ਸੋ ਅਬ ਚੱਲ ਆਏ ਇਹ ਠਾਈ। ਸਾਡੇ ਭਾਗ ਸਵੱਲੇ ਨੇ ਕਿ ਐਸੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਸਾਡੇ ਤੇ ਕਿਰਪਾ ਕਰਕੇ ਸਾਨੂੰ ਦਰਸ਼ਨ ਦੇਣ ਲਈ ਆਪ ਖੁਦ ਚੱਲ ਕੇ ਆਏ ਹਨ। ਵੈਸੇ ਬਨ ਕੇ ਬੀਚ ਸੁਹਾਈ। ਇਸ ਵੇਲੇ ਬਾਹਰ ਬਾਗ ਦੇ ਵਿੱਚ ਬਗੀਚੇ ਵਿੱਚ ਆਣ ਕੇ ਬੈਠੇ ਹੋਏ ਨੇ। ਦੁਵੈ ਮਾਨਵ ਹੈ ਔਰ ਸੰਘਾਰੇ। ਉਹਨਾਂ ਦੇ ਨਾਲ ਉਹਨਾਂ ਦੇ ਦੋ ਦਾਸ ਸੇਵਾਦਾਰ ਚੱਲ ਕੇ ਆਏ ਹਨ। ਚਲਿਏ ਦਰਸ਼ਨ ਲਿਹੋ ਨਿਹਾਰੇ। ਚਲੋ ਰਿਸ਼ੀ ਵਰੋ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਵੋ।
ਉਹਨਾਂ ਦੇ ਦੀਦਾਰ ਕਰ ਲਵੋ, ਸਾਡੇ ਭਾਗ ਸਵੱਲੇ ਹੋਣਗੇ। ਸੀਲ ਸੈਣ ਆਦਿ ਕਰੇ ਖਜੇਤੇ। ਇਹਨਾਂ ਦਾ ਗੁਰੂ ਸੀਲ ਸੈਣ ਵੀ ਉੱਥੇ ਹੀ ਬੈਠੇ ਸੀ। ਉਹ ਸੀਲ ਸੈਣ ਜੀ ਦੇ ਸਮੇਤ ਜਿੰਨੇ ਵੀ ਉੱਥੇ ਰਿਸ਼ੀ ਹਨ, ਸੁਨ ਸ਼ੀਘਰ ਗਛਤ ਭੇਤੇ ਤੇ। ਸੁਣ ਕੇ ਸਾਰੇ ਬੜੀ ਸ਼ੀਘਰਤਾਈ ਨਾਲ, ਬੜੀ ਕਾਹਲੀ ਨਾਲ ਗੱਛਤ ਭੇ, ਗੱਛਤ ਦਾ ਮਤਲਬ ਹੁੰਦਾ ਜਾਣਾ, ਉੱਥੇ ਚੱਲ ਕੇ ਗਏ ਜਿੱਥੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੈਠੇ ਸਨ। ਸਿਰ ਪਰ ਜਟਾ ਜੂਟ ਕੋ ਕੀਨੇ। ਇਹ ਜਿੰਨੇ ਰਿਸ਼ੀ ਨੇ ਕੇਸਾ ਧਾਰੀ ਨੇ ਖਾਲਸਾ ਜੀ, ਸਭ ਦੇ ਕੇਸਾਂ ਦੇ ਉੱਤੇ ਜਟਾਵਾਂ ਹਨ, ਜਟਾਵਾਂ ਦੇ ਜੂੜੇ ਨੇ, ਦਾੜੇ ਨੇ, ਇਹਨਾਂ ਦੇ ਚਿਹਰਿਆਂ ਉੱਤੇ ਮੁਛਹਿਰੇ ਹਨ। ਕੇਸਾ ਧਾਰੀ ਰਿਸ਼ੀ ਮੁਨੀ ਨੇ ਸਾਰੇ। ਕੁਸ਼ ਕੀ ਕਟ ਮਹਿ ਪਾਏ ਕੁਪੀਨੇ। ਇਹਨਾਂ ਨੇ ਜਿਹੜੀਆਂ ਧੋਤੀਆਂ ਬੱਧੀਆਂ ਹੋਈਆਂ ਨੇ ਉਹ ਕੁਸ਼ਾ ਦੀਆਂ ਬਣਾਈਆਂ ਹੋਈਆਂ ਨੇ। ਕੁਸ਼ਾ ਦੀਆਂ, ਜਿਹਨੂੰ ਆਪਾਂ ਦੱਬ ਵੀ ਕਹਿ ਦਿੰਦੇ ਆ, ਉਹ ਕੁਸ਼ਾ ਦੀਆਂ ਕਹਿੰਦੇ ਜਿਹੜੀਆਂ ਧੋਤੀਆਂ ਨੇ ਉਹ ਇਹਨਾਂ ਨੇ ਬਣਾਈਆਂ ਹੋਈਆਂ। ਜਾਂ ਇਦਾਂ ਕਹਿ ਲਈਏ ਵੀ ਕੁਸ਼ਾ ਦੀਆਂ ਜਿਹੜੇ ਲੰਗੋਟ ਨੇ, ਕੁਪੀਨੰਗ, ਉਹ ਇਹਨਾਂ ਨੇ ਧਾਰਨ ਕੀਤੇ ਹੋਏ ਨੇ। ਬਲ ਕਲ ਕੇ ਬਸਤਰ ਤਨ ਧਾਰੇ। ਜਿਹੜਾ ਭੋਜ ਪੱਤਰ ਹੁੰਦਾ ਜੰਗਲ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਬਲਕਲ ਦੇ ਪੱਤਰ ਕਹਿ ਦਿੰਦੇ, ਭੋਜ ਪੱਤਰ ਵੱਡੇ ਵੱਡੇ ਹੁੰਦੇ ਆ, ਉਹਨਾਂ ਦੇ ਕੱਪੜੇ, ਕਿਉਂਕਿ ਜੰਗਲ 'ਚ ਰਹਿੰਦੇ ਸੀ, ਭੋਜ ਪੱਤਰਾਂ ਦੇ ਕੱਪੜੇ ਬਣਾ ਕੇ ਸਰੀਰਾਂ ਤੇ ਇਹਨਾਂ ਨੇ ਪਾਏ ਹੋਏ ਨੇ। ਜੰਜੂ ਕੁਸ਼ ਕੇ ਗਰੀਵ ਮਝਾਰੇ। ਔਰ ਗਲਾਂ 'ਚ ਜਿਹੜੇ ਜਨੇਊ ਪਾਏ ਨੇ ਇਹਨਾਂ ਨੇ, ਉਹ ਵੀ ਜੰਜੂ ਨੇ, ਉਹ ਵੀ ਕੁਸ਼ਾ ਦੇ ਬਣੇ ਹੋਏ ਨੇ। ਕੁਸ਼ਾ ਦੇ ਹੀ ਜਨੇਊ ਬਣਾ ਕੇ ਇਹਨਾਂ ਨੇ ਗਲਾਂ 'ਚ ਪਾਏ, ਤੇ ਹੈਣ ਸਾਰੇ ਕੇਸਾ ਧਾਰੀ। ਕਰ ਪੱਗ ਕੇ ਨਖ ਬਦੇ ਬੇਸਾਲਾ। ਬਨ 'ਚ ਰਹਿਣ ਕਰਕੇ ਹੱਥਾਂ ਪੈਰਾਂ ਦੇ ਨਹੁੰ ਇਹਨਾਂ ਦੇ ਵਧੇ ਹੋਏ ਨੇ। ਤਪ ਕੋ ਤੇਜ ਦਿਪੈ ਜਿਨ ਭਾਲਾ। ਪਰ ਤਪੱਸਿਆ ਦਾ ਤੇਜ ਇਹਨਾਂ ਸਾਰਿਆਂ ਦੇ ਮੱਥਿਆਂ ਦੇ ਉੱਤੇ ਨਜ਼ਰ ਆਉਂਦਾ। ਤਪ ਬੜਾ ਕਰਦੇ ਆ, ਸਾਧਨਾ ਕਰਦੇ ਆ, ਤਪਸਵੀ ਜੋ ਹੋਏ ਸਾਰੇ, ਤਪੱਸਿਆ ਦਾ ਤੇਜ ਇਹਨਾਂ ਸਾਰਿਆਂ ਦੇ ਮੱਥਿਆਂ ਦੇ ਉੱਤੇ ਨਜ਼ਰ ਆਉਂਦਾ, ਪ੍ਰਕਾਸ਼ ਦਿਸਦਾ ਹੈ। ਸ਼ਮਸ਼ ਸਵੇਤ ਤਨ ਚਰਮ ਸੁਕਾਵਾ। ਔਰ ਸਰੀਰ ਦਾ ਉੱਤੇ ਜਿਹੜਾ ਚਮੜਾ ਹੈ ਉਹ ਚਿੱਟੇ ਰੰਗ ਦਾ ਹੋ ਗਿਆ, ਦਾੜੇ ਚਿੱਟੇ ਨੇ, ਇਹਨਾਂ ਨੇ ਸ਼ਮਸ ਸਵੇਤ, ਸ਼ਮਸ ਕਹਿੰਦੇ ਆ ਦਾੜੇ ਨੂੰ, ਸਵੇਤ ਕਹਿੰਦੇ ਆ ਚਿੱਟੇ ਨੂੰ। ਚਿੱਟੇ ਰੰਗ ਦੇ ਦਾੜੇ ਨੇ ਇਹਨਾਂ ਦੇ ਸਾਰਿਆਂ ਦੇ। ਸਰੀਰ ਦਾ ਜਿਹੜਾ ਚਮੜਾ ਇਹਨਾਂ ਦਾ ਉਹ ਸੁੱਕਿਆ ਹੋਇਆ, ਉਮਰਾਂ ਲੰਬੀਆਂ ਹਨ, ਬਿਰਧ ਵੀ ਹੋਏ ਹੋਏ ਬੈਠੇ ਨੇ। ਸਰੀਰ ਤੇ ਚਮੜਾ ਵੀ ਇਹਨਾਂ ਦਾ ਸੁੱਕਿਆ ਜਿਹਾ ਹੋਇਆ ਹੈ। ਸੁਰਗਾਦਿਕ ਸੁਖ ਤਨਕ ਨਾ ਭਾਵਾ। ਤਪੱਸਿਆ ਦੇ ਤਪ ਦੇ ਰੰਗ ਵਿੱਚ ਇਹੋ ਜਿਹੇ ਰੰਗੇ ਹੋਏ ਨੇ ਕਿ ਸਵਰਗ ਆਦਿਕ ਦੀ ਤਾਂ ਕਾਂਖਾ ਹੀ ਨਹੀਂ ਹੈ ਇਹਨਾਂ ਨੂੰ। ਸਵਰਗ ਆਦਿਕ ਦੀ ਇੱਛਾ ਉਹ ਇਹਨਾਂ ਦੇ ਮਨ ਵਿੱਚ ਨਹੀਂ ਹੈ। ਉਜਲ ਹਿਰਦੇ ਗਿਆਨ ਸੋ ਜਿਨ ਕੇ। ਇਹਨਾਂ ਦੇ ਹਿਰਦੇ ਉਜਵਲ ਨੇ, ਅੰਤਸ਼ਕਰਨ ਬਿਲਕੁਲ ਸ਼ੁੱਧ ਹੋ ਚੁੱਕੇ ਹਨ ਤਪ ਕਰਦਿਆਂ ਕਰਦਿਆਂ। ਹਿਰਦਿਆਂ ਵਿੱਚ ਆਤਮ ਗਿਆਨ ਦੀ ਲੋ ਲੱਗੀ ਹੋਈ ਹੈ। ਕਲ ਮਲ ਨਾ ਸਹਿ ਦਰਸ਼ਨ ਤਿਨ ਕੇ। ਔਰ ਤਪਸਵੀ ਇਹੋ ਜਿਹੇ ਨੇ ਵੀ ਨਾ ਤਪਸਵੀਆਂ ਦੇ ਦਰਸ਼ਨ ਕਰਕੇ ਵੀ ਪਾਪ ਨਸ ਜਾਂਦੇ ਆ। ਇਹ ਜਿੰਨੇ ਸਾਧਕ ਸੀ ਨਾ ਤਪਸਵੀ ਬੰਦਗੀ ਵਾਲੇ, ਬੰਦਗੀ ਵਾਲਿਆਂ ਦੇ ਇਹਨਾਂ ਦੇ ਦਰਸ਼ਨ ਕਰਕੇ ਜਿਹੜੇ ਪਾਪ ਕਰਨ ਵਾਲੇ ਪਾਪੀ ਲੋਕ ਹੈ ਉਹਨਾਂ ਦੇ ਪਾਪ ਕੱਟੇ ਜਾਂਦੇ ਹਨ। ਦੋਹਰਾ ਚੱਲ ਸਮੀਪ ਆਏ ਜਬੈ ਉਠਤ ਪਏ ਗਤ ਦਾਏ। ਉਹਨੇ ਸਾਰੇ ਰਿਸ਼ੀ ਮੁਨੀ ਤਪਸਵੀ ਇਕੱਠੇ ਹੋ ਕੇ ਆਏ ਚੱਲ ਕੇ ਸਤਿਗੁਰਾਂ ਕੋਲ। ਸਤਿਗੁਰੂ ਜੀ ਨੇ ਵੇਖਿਆ ਸਾਰੇ ਮਹਾਤਮਾ ਆ ਰਹੇ ਐ, ਰੱਬ ਦੇ ਪਿਆਰੇ ਨੇ, ਬੰਦਗੀ ਕਰਨ ਦੀ ਕਾਂਖਾ ਰੱਖ ਕੇ ਬੈਠੇ ਨੇ ਸਾਰੇ, ਤੇ ਟੁਰੇ ਆਉਂਦੇ ਆ ਸਾਨੂੰ ਮਿਲਣ। ਮਹਾਰਾਜ ਜੀ ਵੀ ਇਹਨਾਂ ਦੇ ਅਦਬ ਵਾਸਤੇ ਅੱਗੋਂ ਉੱਠ ਕੇ ਖਲੋ ਗਏ ਨੇ। ਨਾਮ ਜਪਣ ਵਾਲਿਆਂ ਦਾ ਸਤਿਕਾਰ ਹੈ, ਸਰੀਰਾਂ ਦਾ ਨਹੀਂ। ਉਹਨਾਂ ਅੰਦਰ ਜਿਹੜੀ ਪਰਮੇਸ਼ਰ ਦੀ ਬੰਦਗੀ ਹੈ ਉਹਦਾ ਸਤਿਕਾਰ ਹੈ, ਅਕਾਲ ਪੁਰਖ ਦੇ ਭਜਨ ਦਾ ਸਤਿਕਾਰ ਹੈ। ਇਹ ਬੰਦੇ ਨੂੰ ਭੁਲੇਖਾ ਹੀ ਹੁੰਦਾ ਵੀ ਸ਼ਾਇਦ ਇਹ ਵਡਿਆਈ ਮੇਰੀ ਹੋ ਰਹੀ ਹੈ। ਵਡਿਆਈ ਬੰਦੇ ਦੀ ਨਹੀਂ, ਵਡਿਆਈ ਪਰਮੇਸ਼ਰ ਦੀ ਹੈ, ਅਕਾਲ ਪੁਰਖ ਦੀ ਹੈ। ਵੱਡੇ ਦੀਆਂ ਵਡਿਆਈਆਂ ਹਨ, ਬੰਦੇ ਦੀ ਕਾਹਦੀ ਵਡਿਆਈ? ਜਿਹੜਾ ਹੈ ਹੀ ਮਿੱਟੀ ਦਾ ਪੁਤਲਾ, ਆਪਣੀ ਇੱਛਾ ਨਾਲ ਜਿਹੜਾ ਸਾਹ ਵੀ ਨਾ ਲੈ ਸਕੇ, ਉਹਦੀ ਕਾਹਦੀ ਵਡਿਆਈ ਪਾਈ? ਵਡਿਆਈ ਪਰਮੇਸ਼ਰ ਦੀ ਹੈ। ਜਿਹਦੀ ਕੋਈ ਸੋਭਾ ਹੋਵੇ ਉਹ ਇਹ ਨਾ ਸਮਝੇ ਸੋਭਾ ਮੇਰੀ ਹੈ, ਇਹ ਜਾਣੇ ਸੋਭਾ ਗੁਰੂ ਦੀ ਹੈ, ਇਹ ਸੋਭਾ ਸਤਿਗੁਰਾਂ ਦੀ ਹੈ, ਇਹ ਅਕਾਲ ਪੁਰਖ ਦੀ ਵਡਿਆਈ ਹੈ। ਸਤਿਗੁਰੂ ਜੀ ਨੇ ਜਿਹੜੇ ਰਿਸ਼ੀ ਮੁਨੀ ਆ ਰਹੇ ਨੇ ਉਹਨਾਂ ਦਾ ਸਤਿਕਾਰ ਕਰਦਿਆਂ ਮਹਾਰਾਜ ਜੀ ਅੱਗੋਂ ਉੱਠ ਕੇ ਖਲੋਤੇ ਹੈ। ਕਿਉਂ ਖਲੋਤੇ ਨੇ ਉੱਠ ਕੇ?
ਕਿਉਂਕਿ ਉਹ ਸਾਰੇ ਭਜਨ ਕਰਦੇ ਨੇ ਪਰਮੇਸ਼ਰ ਦਾ, ਬੰਦਗੀ ਕਰਦੇ ਨੇ, ਤਪ ਕਰਦੇ ਨੇ। ਉਹਨਾਂ ਦੀ ਕੀਤੀ ਬੰਦਗੀ ਦਾ ਸਤਿਕਾਰ ਸਤਿਗੁਰੂ ਜੀ ਕਰਦੇ ਹਨ। ਸਭ ਹਿਨ ਕੋ ਬੰਦਨ ਕਰੀ ਜਿਉ ਰਗ ਬਰ ਰਿਖ ਰਾਏ। ਮਹਾਰਾਜ ਜੀ ਉਹ ਰਿਸ਼ੀ ਸਤਿਗੁਰਾਂ ਨੂੰ ਬੰਦਨਾ ਕਰਦੇ, ਮਹਾਰਾਜ ਜੀ ਉਹਨਾਂ ਨੂੰ ਹੱਥ ਜੋੜ ਕੇ ਬੰਦਨਾ ਕਰਦੇ। ਪਰਸਪਰ ਆਪਸ ਵਿੱਚ ਬੰਦਨਾ ਹੋ ਰਹੀ ਹੈ। ਕਹਿੰਦੇ ਜਿਵੇਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਜੀ ਗਏ ਸੀ ਨਾ ਬਨ ਵਿੱਚ, ਰਿਸ਼ੀਆਂ ਨੂੰ ਮਿਲੇ ਤੇ ਰਿਸ਼ੀਆਂ ਨਾਲ ਉਹਨਾਂ ਨੇ ਪ੍ਰਣਾਮ ਕੀਤੀ, ਰਿਸ਼ੀਆਂ ਨੇ ਉਹਨਾਂ ਨੂੰ ਪ੍ਰਣਾਮ ਕੀਤੀ। ਕਹਿੰਦੇ ਕਲਯੁਗ ਦੇ ਅਵਤਾਰ ਅਨੰਤ ਕਲਾਵਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਇਹਨਾਂ ਰਿਸ਼ੀਆਂ ਨੂੰ ਦਰਸ਼ਨ ਦੇਣ ਗਏ। ਰਿਸ਼ੀ ਸਤਿਗੁਰਾਂ ਨੂੰ ਨਮਸਕਾਰ ਕਰ ਰਹੇ ਨੇ, ਸਤਿਗੁਰੂ ਜੀ ਉਹਨਾਂ ਰਿਸ਼ੀਆਂ ਨੂੰ ਨਮਸਕਾਰ ਕਰ ਰਹੇ ਨੇ। ਚੌਪਈ ਮਿਲੇ ਹਰਖ ਕਰ ਸਭ ਹੀ ਗੁਰ ਸੋ। ਕਹਿੰਦੇ ਆਪਸ ਵਿੱਚ ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ ਮਿਲੇ ਨੇ, ਹੱਥ ਜੋੜ ਕੇ ਪਰਸਪਰ ਦੋਨਾਂ ਦਾ ਇੱਕ ਦੂਜਿਆਂ ਦਾ ਸਤਿਕਾਰ ਕੀਤਾ ਹੈ। ਦਰ ਸਭ ਲੋਕੈ ਹਿਤ ਕਰ ਉਰਸੋ। ਔਰ ਬੜੇ ਹਿਤ ਨਾਲ, ਬੜੇ ਚਾਅ ਨਾਲ ਦਰਸ਼ਨ ਕੀਤੇ ਨਾ ਰਿਸ਼ੀਆਂ ਨੇ ਸਤਿਗੁਰਾਂ ਦੇ। ਮੱਥਾ ਟੇਕਣਾ ਤੇ ਹੱਥ ਜੋੜ ਕੇ ਕਿਸੇ ਦਾ ਸਤਿਕਾਰ ਕਰਨਾ, ਦੋਨਾਂ 'ਚ ਫਰਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਜੇ ਮੱਥਾ ਟੇਕਿਆ ਤਾਂ ਉਹ ਕੇਵਲ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਟੇਕਿਆ। ਇੱਥੇ ਮੱਥਾ ਨਹੀਂ ਟੇਕਿਆ, ਇਹਨਾਂ ਰਿਸ਼ੀਆਂ ਦਾ ਹੱਥ ਜੋੜ ਕੇ ਅਦਬ ਕੀਤਾ। ਉਹ ਵੀ ਉਹਨਾਂ ਦੇ ਭਜਨ ਦਾ ਅਦਬ ਹੈ, ਉਹਨਾਂ ਦੇ ਸਰੀਰਾਂ ਦਾ ਨਹੀਂ। ਇਹ ਫਰਕ ਜ਼ਰੂਰ ਸਮਝ ਲੈਣਾ। ਤੋ ਗੁਰੂ ਸਾਹਿਬ ਜੀ ਦੇ ਦਰਸ਼ਨ ਉਹਨਾਂ ਸਾਰਿਆਂ ਰਿਸ਼ੀਆਂ ਮੁਨੀਆਂ ਤਪਸਵੀਆਂ ਨੇ ਕੀਤੇ। ਦਰਸ਼ਨ ਕਰਕੇ ਬੜੇ ਹੀ ਖੁਸ਼ ਹੋਏ, ਬੜਾ ਹੀ ਆਨੰਦ ਵਰਤਿਆ। ਅਨੇਕ ਬਿਦਨ ਕੀ ਉਸਤਤ ਕੀਨੀ। ਅਨੇਕ ਪ੍ਰਕਾਰ ਨਾਲ ਸਤਿਗੁਰਾਂ ਦੀ ਉਸਤਤੀ ਕੀਤੀ, ਮਹਾਰਾਜ ਜੀ ਦੀ ਵਡਿਆਈ ਕੀਤੀ। ਚਰਨ ਕਵਲ ਰਤ ਮੈਂ ਮਤ ਭੀਨੀ। ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਇਹਨਾਂ ਸਾਰੇ ਮਹਾਂਪੁਰਸ਼ਾਂ ਦੀ ਮੱਤ ਭਿੱਜ ਗਈ। ਨਿਰੰਕਾਰ ਤੁਮ ਬਨੇ ਆਕਾਰਾ। ਕਹਿਣ ਲੱਗੇ ਮਹਾਰਾਜ ਨਿਰੰਕਾਰ ਜੀ ਤੁਸੀਂ ਆਕਾਰ ਬਣ ਕੇ ਆਏ ਹੋ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨਿਰੰਕਾਰ ਜੀ ਤੁਸੀਂ ਆਕਾਰ ਬਣ ਕੇ ਆਏ ਹੋ। ਬਹੁ ਨਰ ਤਾਰੋਗੇ ਸੰਸਾਰਾ। ਮਹਾਰਾਜ ਜੀ ਤੁਸੀਂ ਬਹੁਤੇ ਨਰਾਂ ਨੂੰ ਇਹ ਸੰਸਾਰ ਵਿੱਚ ਤਾਰਨੇ ਵਾਸਤੇ ਆਏ ਹੋ, ਪਸ਼ੂਆਂ ਪ੍ਰੇਤਾਂ ਮੁਗਧਾਂ ਨੂੰ ਤਾਰਨ ਆਏ ਹੋ। ਇਹ ਸਥਾਨ ਨਿਜ ਸੇਵਕ ਜਾਣੇ। ਮਹਾਰਾਜ ਜਿੱਥੇ ਹੁਣ ਆਪ ਜੀ ਆਏ ਹੋ ਇੱਥੇ ਆਪਣਿਆਂ ਸੇਵਕਾਂ ਨੂੰ ਜਾਣ ਕੇ, ਅਸੀਂ ਸਭ ਤੁਹਾਡੇ ਸੇਵਕ ਹਾਂ। ਮਹਾਰਾਜ ਇਸ ਸਥਾਨ ਤੇ ਆਪਣੇ ਸੇਵਕ ਜਾਣ ਕੇ ਆਏ ਦਰਸ ਦੀ ਦਇਆ ਨਿਧਾਨੇ। ਇਹ ਦਇਆ ਦੇ ਖਜ਼ਾਨੇ ਸਾਹਿਬ ਤੁਸੀਂ ਆਣ ਕੇ ਸਾਨੂੰ ਦਰਸ਼ਨ ਦਿੱਤੇ ਨੇ। ਇੱਥੇ ਆਪਣੇ ਸੇਵਕ ਜਾਣ ਕੇ ਚੱਲ ਕੇ ਆਏ ਹੋ। ਭਏ ਕਿਰਤਾਰਥ ਹਮ ਸਭ ਤਬ ਤੇ। ਮਹਾਰਾਜ ਜਦੋਂ ਤੁਹਾਡੇ ਦਰਸ਼ਨ ਪਾਏ ਅਸੀਂ ਉਸੇ ਸਮੇਂ ਤੋਂ ਕਿਰਤਾਰਥ ਹੋ ਗਏ। ਸਾਡੀ ਜ਼ਿੰਦਗੀ ਉਸੇ ਸਮੇਂ ਤੋਂ ਸਫਲ ਹੋ ਗਈ ਜਦੋਂ ਸਾਨੂੰ ਆਪ ਜੀ ਦੀ ਸੋਹਣੀ ਮੂਰਤ ਦੇ ਦੀਦਾਰ ਹੋਏ। ਦਰ ਸਭੇ ਲੋਕਿਓ ਤੁਮਰਾ ਜਬ ਤੇ। ਜਦੋਂ ਤੋਂ ਤੁਹਾਡੇ ਦਰਸ਼ਨ ਕੀਤੇ ਨੇ ਸਾਹਿਬ ਉਦੋਂ ਤੋਂ ਸਾਡੀ ਜ਼ਿੰਦਗੀ ਸਫਲ ਹੋ ਗਈ। ਦੀਨਾਨਾਥ ਦਇਆਲ ਗੋਸਾਈ। ਇਹ ਦੀਨਾਂ ਦੇ ਨਾਥ, ਦੀਨਾਂ ਤੇ ਦਇਆ ਕਰਨ ਵਾਲੇ ਸਾਰੇ ਜਗਤ ਦੇ ਗੋਪਾਲ ਸੁਆਮੀ ਜੀ। ਭਗਤ ਵਛਲ ਤੁਮ ਬਿਰਦ ਸਦਾਈ। ਮਹਾਰਾਜ ਜੀ ਤੁਹਾਡਾ ਬਿਰਦ ਹੈ ਸਦਾ ਭਗਤ ਵਛਲ। ਤੁਸੀਂ ਸਦਾ ਹੀ ਭਗਤ ਵਛਲ ਹੋ ਗਰੀਬ ਨਵਾਜ। ਦੋਹਰਾ ਜਪ ਤਪ ਸੰਜਮ ਅਧਿਕ ਜੋ ਕੀਨੇ ਹਮ ਹਿਤ ਲਾਏ। ਮਹਾਰਾਜ ਜੀ ਅੱਜ ਤੱਕ ਜਿੰਨੇ ਅਸੀਂ ਜਪ ਤਪ ਨੇਮ ਜਾਂ ਵਰਤ ਕੀਤੇ ਸੀ, ਜਿੰਨੀ ਹੁਣ ਤਾਈਂ ਅਸੀਂ ਤਪੱਸਿਆ ਕੀਤੀ ਸੀ, ਸਫਲ ਪਏ ਹੈ ਆਜ ਸੋ ਤੁਮਰਾ ਦਰਸ਼ਨ ਪਾਏ। ਮਹਾਰਾਜ ਜੀ ਅੱਜ ਤੁਹਾਡੇ ਦਰਸ਼ਨ ਪ੍ਰਾਪਤ ਕਰਕੇ ਸਾਡੀ ਸਾਰੀ ਸਾਧਨਾ ਅੱਜ ਸਫਲ ਹੋ ਗਈ। ਇਦਾਂ ਕਹਿ ਸਕਦੇ ਹਾਂ ਸਾਡੇ ਜਪ ਤਪ ਕੀਤੇ ਦਾ ਫਲ ਅੱਜ ਮਿਲਿਆ ਹੈ ਕਿ ਸਾਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋਏ ਨੇ। ਸਾਡੀ ਬੰਦਗੀ ਦਾ ਫਲ ਮਿਲ ਗਿਆ ਸਾਨੂੰ ਕਿ ਆਪ ਨਿਰੰਕਾਰ ਜੀ ਆਕਾਰ ਬਣਾ ਕੇ ਸਾਨੂੰ ਦਰਸ਼ਨ ਦੇਣ ਆਏ ਨੇ। ਇਹ ਸਾਡੀ ਕੀਤੀ ਸਾਧਨਾ ਦਾ ਫਲ ਸਾਨੂੰ ਅੱਜ ਪ੍ਰਾਪਤ ਹੋ ਗਿਆ। ਸਾਡੇ ਕੀਤੇ ਜਪ ਤਪ ਅੱਜ ਸਫਲ ਹੋ ਗਏ ਨੇ, ਅੱਜ ਤੋਂ ਪਹਿਲਾਂ ਅਧੂਰੇ ਸੀ, ਅੱਜ ਸਫਲ ਹੋਏ ਨੇ। ਮਹਾਰਾਜ
ਤੁਹਾਡੇ ਦਰਸ਼ਨ ਕਰਕੇ। ਚੌਪਈ ਸ਼੍ਰੀ ਪ੍ਰਭ ਭਲੇ ਧੰਨ ਸਤ ਸੰਗਾ। ਖਾਲਸਾ ਜੀ, ਜਿਹੜਾ ਬਚਨ ਅਸੀਂ ਪੜ੍ਹਦੇ ਆ ਨਾ ਰੋਜ਼, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਵੈਸੇ ਤਾਂ ਕਹਿੰਦੇ ਆ ਪੂਰਨ ਕਰਮਾਂ ਵਾਲੇ ਜਿਨ੍ਹਾਂ ਦੇ ਭਾਗ ਪੂਰੇ ਹੈ ਉਹਨਾਂ ਨੂੰ ਦਰਸ਼ਨ ਹੁੰਦੇ ਹੈ, ਪਰ ਇਸ ਤਰ੍ਹਾਂ ਵੀ ਇਸ ਪੰਕਤੀ ਦਾ ਅਰਥ ਸੁਝਦਾ ਹੈ। ਮਹਾਰਾਜ, ਮੈਂ ਤੁਹਾਡੇ ਦਰਸ਼ਨ ਕਰਕੇ ਜੀਵਦਾ, ਜਦੋਂ ਦਰਸ਼ਨ ਕਰਦਾ ਹਾਂ ਆ ਕੇ ਉਦੋਂ ਮੇਰੇ ਕੀਤੇ ਕਰਮ ਪੂਰਨ ਹੁੰਦੇ ਹੈ। ਗੁਰਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ ਵੀ ਕਰਮ ਹੈ, ਇਸ਼ਨਾਨ ਕਰਦਾ ਕਰਮ ਹੈ, ਨਿਤਨੇਮ ਕਰਦਾ ਕਰਮ ਹੈ, ਦਾਨ ਪੁੰਨ ਕਰਦਾ ਕਰਮ ਹੈ। ਇਹ ਸਾਰੇ ਕਰਮ, ਇਹਨਾਂ ਤੇ ਪੂਰਨਤਾ ਦੀ ਮੋਹਰ ਉਦੋਂ ਲੱਗਦੀ ਹੈ ਜਦੋਂ ਆ ਕੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਪਰਸਦਾ। ਕਰਮ ਪੂਰਨ ਉਦੋਂ ਹੁੰਦੇ ਨੇ, ਗੱਲ ਚੇਤੇ ਰੱਖਿਓ। ਤਦੇ ਮਹਾਂਪੁਰਸ਼ ਦੱਸਦੇ ਆ ਵੀ ਗੁਰੂ ਕੇ ਦਰਸ਼ਨ ਗੁਰਸਿੱਖ ਨੇ 2 ਵਕਤ ਕਰਨੇ ਆ। 2 ਵਕਤ ਨਹੀਂ ਤਾਂ ਇੱਕ ਵਾਰ ਜ਼ਰੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਸਾਹਿਬ ਦੇ ਦਰਸ਼ਨ ਕਰਨੇ, ਤਾਂ ਤੁਹਾਡਾ ਨਿਤਨੇਮ ਪੂਰਾ ਹੋਣਾ, ਨਹੀਂ ਤਾਂ ਅਧੂਰਾ ਹੈ। ਕਈ ਕਹਿੰਦੇ ਆ ਜੀ ਘਰ ਬੈਠੇ ਬਾਣੀ ਪੜ੍ਹ ਲਓ, ਗੁਰੂ ਘਰ ਜਾਣ ਦੀ ਕੀ ਲੋੜ ਹੈ। ਕਿਸੇ ਦੀ ਬੇਵਸੀ ਹੈ, ਕੋਈ ਬਿਰਧ ਹੈ, ਬਿਮਾਰ ਹੈ, ਸਰੀਰ ਇਜਾਜ਼ਤ ਨਹੀਂ ਦਿੰਦਾ, ਉਹ ਘਰੋਂ ਸੁਰਤ ਕਰਕੇ ਗੁਰਦੇਵ ਦੇ ਦਰਸ਼ਨਾਂ ਦੀ ਕਾਂਖਾ ਰੱਖ ਲਵੇ। ਜਿਹਨੇ ਪਹਿਲਾਂ ਸਾਰਾ ਜੀਵਨ ਸਤਿਗੁਰਾਂ ਦੇ ਕਦੇ ਦਰਸ਼ਨਾਂ ਤੋਂ ਬਿਨਾਂ ਦਿਨ ਨਹੀਂ ਬਤੀਤ ਕੀਤਾ, ਪਰ ਬਿਰਧ ਹੋ ਗਏ, ਸਰੀਰ ਸਾਥ ਨਹੀਂ ਦੇ ਰਿਹਾ, ਉਹ ਜੇ ਘਰ ਬੈਠੇ ਵੀ ਆਰਾਧਣਗੇ ਉਹਨਾਂ ਦੀ ਹਾਜ਼ਰੀ ਲੱਗ ਜਾਏਗੀ। ਪਰ ਜਿਨ੍ਹਾਂ ਦੇ ਸਰੀਰ ਠੀਕ ਠਾਕ ਨੇ, ਆ ਸਕਦੇ ਹੈ, ਤੇ ਆਖਣ ਜੀ ਘਰ ਬਹਿ ਕੇ ਬਾਣੀ ਪੜ੍ਹ ਲਓ, ਗੁਰੂ ਘਰ ਜਾਣ ਨਾਲ ਕੀ ਹੋਣਾ। ਉਹ ਇਹ ਗੱਲ ਚੇਤੇ ਰੱਖਿਓ ਕਿ ਤੁਹਾਡਾ ਕੀਤਾ ਨਿਤਨੇਮ ਉਦੋਂ ਤੱਕ ਅਧੂਰਾ ਰਹਿਣਾ ਜਦੋਂ ਤੱਕ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰ ਲੈਂਦੇ। ਪੂਰਨ ਕਰਮ ਹੋਏ ਪ੍ਰਭ ਮੇਰਾ, ਹੈ ਪ੍ਰਭੂ ਮੇਰੇ ਕੀਤੇ ਕਰਮ ਉਦੋਂ ਪੂਰਨ ਹੁੰਦੇ ਐ ਜਦੋਂ ਮੈਂ ਆ ਕੇ ਤੁਹਾਡੇ ਦਰਸ਼ਨ ਕਰਦਾ। ਕਿਸੇ ਸੁਹਾਗਣ ਦਾ ਕੀਤਾ ਸ਼ਿੰਗਾਰ, ਉਹ ਸ਼ਿੰਗਾਰ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਹੁੰਦਾ, ਉਹਦਾ ਕੀਤਾ ਹੋਇਆ ਸ਼ਿੰਗਾਰ ਉਸ ਵੇਲੇ ਸਫਲ ਹੁੰਦਾ ਜਦੋਂ ਉਹਦਾ ਪਤੀ ਉਹਦੇ ਵੱਲ ਨਿਗਾਹ ਭਰ ਕੇ ਪ੍ਰੇਮ ਨਾਲ ਵੇਖ ਲਵੇ। ਗੁਰਸਿੱਖ ਦਾ ਕੀਤਾ ਸ਼ਿੰਗਾਰ, ਕੀਤੇ ਕਰਮ ਉਦੋਂ ਸਫਲ ਹੈ ਜਦੋਂ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਔਰ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦਾ ਆ ਕੇ ਪਾਤਰ ਬਣਦਾ। ਇਹ ਮਹਾਂਪੁਰਸ਼ ਕਹਿ ਰਹੇ ਨੇ, ਮਹਾਰਾਜ ਜਿੰਨੇ ਸਾਡੇ ਕਰਮ ਸਨ, ਜਿੰਨੇ ਸਾਡੇ ਜਪ ਤਪ ਸਨ, ਉਹ ਅੱਜ ਸਫਲ ਹੋਏ ਨੇ ਤੁਹਾਡੇ ਦਰਸ਼ਨ ਕਰਕੇ। ਅੱਜ ਸਾਡੇ ਸਾਰੇ ਕੀਤੇ ਜਪ ਤਪ ਵਰਤ ਨੇਮ ਸਫਲ ਹੋ ਗਏ ਹਨ। ਜਿਸ ਮੈਂ ਚੜੇ ਨਾਮ ਕੋ ਰੰਗਾ। ਔਰ ਮਹਾਰਾਜ ਜੀ ਤੁਹਾਡੇ ਦਰਸ਼ਨਾਂ ਵਿੱਚੋਂ ਸਾਡੇ ਅੰਦਰ ਨਾਮ ਦਾ ਰੰਗ ਚੜ ਗਿਆ ਹੈ। ਜਨਮ ਮਰਨ ਕੇ ਦੁੱਖ ਅਧਕਾਏ। ਮਹਾਰਾਜ ਜਨਮ ਮਰਨ ਦਾ ਦੁੱਖ ਬੜਾ ਵੱਡਾ ਦੁੱਖ ਹੈ। ਇਹ ਸੰਸਾਰ 'ਚ ਸਭ ਤੋਂ ਵੱਡਾ ਦੁੱਖ ਜਨਮ ਤੇ ਮਰਨ ਦਾ ਦੁੱਖ ਹੈ। ਕੜਾ ਕੁੰਡਲ ਨਿਆਏ ਹੁੰਦਾ, ਨਿਆਏ ਹੁੰਦੇ ਨੇ ਕਈ ਪ੍ਰਕਾਰ ਦੇ, ਉਹਨਾਂ ਦਾ ਜ਼ਿਕਰ ਸ਼ਾਸਤਰਾਂ ਵਿੱਚ ਗ੍ਰੰਥਾਂ ਵਿੱਚ ਵਿਦਵਾਨਾਂ ਨੇ ਕੀਤਾ। ਜਿਵੇਂ ਦੇਲੀ ਦੀਪਕ ਨਿਆਏ ਹੈ, ਉਸ਼ਟ ਲੱਕੜ ਨਿਆਏ ਹੈ, ਸ਼ਮਸ਼ਰੂ ਨਿਆਏ ਹੈ। ਸ਼ਮਸ਼ਰੂ ਉਸ਼ਟ ਲੱਕੜ ਨਿਆਏ, ਊਂਠ ਟੁਰਿਆ ਜਾਵੇ, ਟੁਰਨ ਤੋਂ ਅੜਵਾਈ ਕਰਨ ਲੱਗ ਪਵੇ, ਨਾ ਟੁਰੇ, ਉਹਦੀ ਪਿੱਠ ਦੇ ਉੱਤੇ ਲੱਕੜਾਂ ਲੱਦੀਆਂ ਹੋਣ, ਉਹਦੇ 'ਚੋਂ ਇੱਕ ਸੋਟੀ ਕੱਢ ਕੇ ਮਾਰੇ ਵਗਾ ਕੇ ਤੇ ਫਿਰ ਸਿੱਧਾ ਹੋ ਕੇ ਟੁਰ ਪੈਦਾ। ਇਹਨੂੰ ਉਸ਼ਟ ਲੱਕੜ ਨਿਆਏ ਕਹਿੰਦੇ ਆ। ਕਿਸੇ ਦੀ ਗੱਲ 'ਚੋਂ ਉਸੇ ਦੀ ਗੱਲ ਫੜ ਕੇ ਉਹਨੂੰ ਦੱਬਣਾ, ਗੱਲਾਂ ਹੋ ਰਹੀਆਂ ਨੇ, ਉਹਦੀ ਗੱਲ 'ਚੋਂ ਹੀ ਗੱਲ ਕੱਢ ਕੇ ਉਹਨੂੰ ਧਰ ਦੱਬਣਾ ਵੀ ਤੂੰ ਇਹ ਗੱਲ ਕਿਵੇਂ ਕਹੀ ਬਈ। ਇਹਨੂੰ ਉਸ਼ਟ ਲੱਕੜ ਨਿਆਏ ਕਹਿੰਦੇ। ਇੱਕ ਹੁੰਦਾ ਦੇਲੀ ਦੀਪਕ ਨਿਆਏ, ਵੈਸੇ ਕਈ ਨੇ, ਅਣਗਿਣਤ ਹੀ ਨੇ। ਦਰਵਾਜ਼ੇ ਦੀ ਦਹਲੀਜ਼ 'ਚ ਦੀਵਾ ਪਿਆ ਹੋਵੇ, ਉਹਦੀ ਰੋਸ਼ਨੀ ਬਾਹਰ ਵੀ ਜਾਂਦੀ ਹੋਵੇ, ਅੰਦਰ ਵੀ ਆਉਂਦੀ ਹੋਵੇ, ਉਹਨੂੰ ਦੇਲੀ ਦੀਪਕ ਨਿਆਏ। ਸਾਂਝੀ ਗੱਲ ਹੋਣੀ ਵੀ ਦੋਵਾਂ ਪਾਸੇ ਅਸਰ ਰੱਖਦੀ ਹੋਵੇ। ਇਸੇ ਤਰ੍ਹਾਂ ਇੱਕ ਨਿਆਏ ਹੁੰਦਾ ਸ਼ਮਸ਼ਰੂ ਕੰਟਕ ਨਿਆਏ। ਸ਼ਮਸ਼ਰੂ
ਆ ਕਈਆਂ ਦਾ ਸੁਭਾਅ ਹੁੰਦਾ ਵੀ ਦਾੜੀ ਕੱਟ ਲੈਂਦੇ ਆ। ਦਾੜੀ ਜਦੋਂ ਕੱਟਦੇ ਆ, ਕਿਸੇ ਬੱਚੇ ਨੂੰ ਜਦੋਂ ਪ੍ਰੇਮ ਨਾਲ ਚੁੰਮਦੇ ਆ, ਛੋਟੇ ਬਾਲਕ ਨੂੰ, ਤੇ ਉਹ ਤਾਂ ਆਪਣੇ ਵੱਲੋਂ ਪ੍ਰੇਮ ਕਰਦੇ ਆ, ਉਹਨਾਂ ਦੇ ਕੱਟੇ ਹੋਏ ਦਾੜੀ ਦੇ ਜਿਹੜੇ ਕੇਸ ਨੇ ਉਹਨਾਂ ਬੱਚਿਆਂ ਨੂੰ ਤਕਲੀਫ ਦਿੰਦੇ ਆ, ਉਹ ਚੁੱਭਦੇ ਆ, ਉਹ ਪਰੇ ਕਰਦੇ ਆ। ਵੀ ਨਾਲੇ ਪ੍ਰੇਮ ਕਰਨਾ ਕਿਸੇ ਨਾਲ, ਨਾਲੇ ਉਹਨੂੰ ਦੁੱਖ ਦੇਣਾ, ਇਹ ਸਭ ਤੋਂ ਭਿਆਨਕ ਹੈ। ਵੀ ਪ੍ਰੇਮ ਕਰਨਾ ਤੇ ਪ੍ਰੇਮ ਕਰਕੇ ਨਾਲੇ ਉਹਨੂੰ ਦੁੱਖ ਦੇਣਾ, ਇਹ ਸ਼ਮਸ਼ਰੂ ਕੰਟਕ ਨਿਆਏ ਵੈਸੇ ਅੱਜ ਕੱਲ੍ਹ ਸਮਾਜ 'ਚ ਜ਼ਿਆਦਾ ਹੈ। ਉਹ ਕਹਿੰਦਾ ਯਾਰ ਮੈਂ ਤੇਰੇ ਨਾਲ ਪ੍ਰੇਮ ਕਰਦਾ, ਉਹ ਕਹਿੰਦਾ ਤੂੰ ਪ੍ਰੇਮ ਕਰਦਾ ਪਰ ਨਾਲ ਦੁੱਖ ਦਿੰਦਾ। ਵੀ ਉਹ ਕਾਹਦਾ ਪ੍ਰੇਮ, ਉਹ ਜਿਹੜਾ ਉਹ ਦਾੜੀ ਕੱਟੀ ਵਾਲਾ ਬੱਚੇ ਨੂੰ ਪ੍ਰੇਮ ਹੀ ਕਰਦਾ ਹੁੰਦਾ, ਪਰ ਉਹਦੇ ਵਾਸਤੇ ਉਹ ਪ੍ਰੇਮ ਕਿਹੜੇ ਕੰਮ ਦਾ, ਉਹਨੂੰ ਤਾਂ ਤਕਲੀਫ ਦੇ ਰਿਹਾ। ਇੱਦਾਂ ਇੱਕ ਨਿਆਏ ਹੁੰਦਾ ਹੈ ਕੜਾ ਕੁੰਡਲ ਨਿਆਏ, ਜਿਹੜਾ ਇਹ ਇੱਥੇ ਵਰਤਿਆ, ਜਨਮ ਮਰਨ ਦਾ ਦੁੱਖ ਕੱਟਦੇ, ਉਹਨੂੰ ਕਹਿੰਦੇ ਨੇ ਕੜਾ ਕੁੰਡਲ ਨਿਆਏ। ਜਿਵੇਂ ਕੜਾਈ ਦੇ ਵਿੱਚ ਕੋਈ ਵਸਤੂ ਪਾਈ ਹੋਵੇ, ਉਹਨੂੰ ਚੁੱਕਣ ਵਾਸਤੇ ਕੀ ਕਰਨਾ, ਉਹਦੇ ਦੋ ਕੁੰਡਿਆਂ ਨਾਲ ਫੜੋ, ਸਾਰਾ ਕੁਝ ਚੁੱਕਿਆ ਜਾਂਦਾ। ਜਦੋਂ ਜਨਮ ਤੇ ਮਰਨ ਕਹਿਣਾ, ਉਹਦੇ ਵਿੱਚ ਜਿੰਨੇ ਦੁੱਖ ਨੇ ਸਾਰੇ ਹੀ ਆ ਜਾਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜਨਮ ਮਰਨ ਦਾ ਦੁੱਖ ਕੱਟ ਦਿਓ। ਮਹਾਰਾਜ ਜੀ ਨੇ ਇਹ ਕਿਹਾ, ਜਦੋਂ ਜਨਮ ਮਰਨ ਦਾ ਦੁੱਖ ਕੱਟਣਗੇ ਬਾਕੀ ਸਾਰੇ ਕੱਟੇ ਜਾਣਗੇ ਆਪੇ ਹੀ, ਨਾਲ ਹੀ ਨਿਰਵਿਰਤ ਹੋ ਗਏ। ਨਾ ਜਨਮ ਹੋਵੇਗਾ ਨਾ ਮਰਨ ਹੋਵੇਗਾ, ਦੁੱਖ ਆਪੇ ਹੀ ਕੱਟੇ ਗਏ। ਇਹ ਕਹਿਣ ਲੱਗੇ ਮਹਾਂਪੁਰਸ਼ ਜਿੰਨੇ ਬੈਠੇ ਸੀ, ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਜਨਮ ਤੇ ਮਰਨ ਦਾ ਦੁੱਖ ਜਿਹੜਾ ਇਹ ਬੜਾ ਵੱਡਾ ਤੇ ਭਿਆਨਕ ਦੁੱਖ ਹੈ। ਨਾਸੈ ਸਤਿਗੁਰ ਨਾਮ ਧਿਆਏ। ਮਹਾਰਾਜ ਜੀ ਇਹ ਸਾਰੇ ਦੁੱਖ ਤਾਂ ਦੂਰ ਹੁੰਦੇ ਐ ਜਦੋਂ ਪਰਮੇਸ਼ਰ ਦਾ ਨਾਮ ਧਿਆਈਏ, ਹਰੀ ਅਕਾਲ ਪੁਰਖ ਦਾ ਨਾਮ ਧਿਆਈਏ ਤੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਪਰਮੇਸ਼ਰ ਗੁਣ ਰਮਣ ਸਪ੍ਰੀਤ। ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਪ੍ਰੇਮ ਸਹਿਤ ਗਾਇਨ ਕਰਨਾ, ਔਰ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਪ੍ਰੇਮ ਸਹਿਤ ਉਹਦੇ ਗੁਣਾਂ ਦੇ ਵਿੱਚ ਰਮ ਜਾਣਾ। ਧਨ ਸੇ ਨਰ ਉਰ ਧਾਰੈ ਨੀਤ। ਉਹ ਬੰਦੇ ਧਨ ਨੇ ਸੰਸਾਰ ਵਿੱਚ ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗ ਕੇ ਆਪਣੇ ਆਪ ਨੂੰ ਉਹਦੇ ਗੁਣਾਂ ਨੂੰ ਗਾਉਂਦੇ ਹਨ। ਇਸ ਬਿਦ ਕਹਿ ਸੁਨ 300 ਬਾਨੀ। ਮਹਾਰਾਜ ਜੀ ਕਹਿੰਦੇ ਹਾਂ ਸੰਤ ਜਨਾਂ ਨੂੰ ਪਾਤਸ਼ਾਹ ਕਹਿੰਦੇ ਨਾਮ ਤੋਂ ਸ਼੍ਰੋਮਣੀ ਕੁਝ ਨਹੀਂ, ਸਰਬ ਸ਼੍ਰੋਮਣ ਨਾਮ ਹੈ। ਸਭ ਤੋਂ ਸ਼੍ਰੋਮਣੀ ਪਰਮੇਸ਼ਰ ਦਾ ਅਕਾਲ ਪੁਰਖ ਦਾ ਨਾਮ ਹੈ। ਇਹ ਬਚਨ ਬਿਲਾਸ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਸ਼ਾਂ ਨਾਲ ਬਹਿ ਕੇ ਕੀਤੇ। ਬੇਦਾ ਰਖੀਨ ਤੇ ਭੇ ਸੁਖ ਦਾਨੀ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਕੁਝ ਸਮੇਂ ਬਾਅਦ ਇਹਨਾਂ ਰਿਸ਼ੀਆਂ ਕੋਲੋਂ ਵਿਦਾ ਹੋ ਕੇ ਗਏ। ਸਭ ਹਿਨ ਸੋ ਮਿਲ ਬੰਧਨ ਕਰੀ। ਸਾਰੇ ਰਿਸ਼ੀਆਂ ਨੇ ਬੰਦਨਾ ਕੀਤੀ, ਸਤਿਗੁਰਾਂ ਨੂੰ ਮੱਥਾ ਟੇਕਿਆ। ਜਾਨੀ ਰਖਿਨ ਸਫਲ ਕੋ ਘਰੀ। ਸਭ ਨੇ ਜਾਣਿਆ ਇਹ ਘੜੀ ਸਫਲੀ, ਵਾਰੀ ਮੈਂ ਵਾਰੀ, ਅੱਜ ਦੀ ਇਸ ਘੜੀ ਤੋਂ ਵਾਰੀ ਕਿ ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਨੇ। ਦੇਹ ਤੇ ਗਮਨੇ ਤਤ ਛਿਨ ਆਏ। ਮਹਾਰਾਜ ਜੀ ਉੱਥੋਂ ਗਮਨ ਕਰਕੇ ਚੱਲ ਕੇ ਆਏ। ਗਿਰ ਕਿਰਾਨ ਜਹ ਬਿਟ ਪਸੁਹਾਏ। ਇੱਕ ਪਹਾੜ ਹੈ ਜਿਹਦਾ ਨਾਮ ਹੈ ਕਿਰਾਨ ਗਿਰ, ਉੱਥੇ ਚੱਲ ਕੇ ਆਏ ਜਿੱਥੇ ਬੜੇ ਬੜੇ ਸੋਹਣੇ ਦਰਖਤ ਲੱਗੇ ਹੋਏ ਨੇ। ਇੱਕ ਸਰ ਸੁੰਦਰ ਤਹਾਂ ਸੁਹਾਵਨ। ਉੱਥੇ ਇੱਕ ਤਲਾਬ ਹੈ ਪਾਣੀ ਦਾ, ਪਹਾੜਾਂ ਦੇ ਵਿੱਚ, ਪਹਾੜ ਦੇ ਉੱਤੇ ਕਿਰਾਨ ਨਾਮ ਦਾ ਪਹਾੜ ਹੈ। ਬੜਾ ਸੋਹਣਾ ਤਾਲ ਹੈ, ਜਲ ਨਿਰਮਲ ਜਲ ਪਹਾੜਾਂ ਦਾ, ਉਹਦੇ ਚ ਸਾਫ਼ ਜਲ ਭਰਿਆ ਹੋਇਆ ਹੈ। ਨਿਰਮਲ ਨੀਰ ਅਧਿਕ ਮਨ ਭਾਵਨ। ਨਿਰਮਲ ਜਲ ਹੈ ਤੇ ਮਨ ਨੂੰ ਭਾਉਂਦਾ ਹੈ। ਬੈਠ ਗਏ ਤਿਹ ਕੈ ਤਟ ਜਬ ਹੀ। ਸਤਿਗੁਰੂ ਜੀ ਉਸ ਤਲਾਬ ਦੇ ਕੰਢੇ ਤੇ ਜਾ ਕੇ ਕੁਝ ਸਮੇਂ ਲਈ ਬੈਠ ਗਏ। ਮਰਦਾਨਾ ਬੋਲਿਓ ਬਚ ਤਬ ਹੀ। ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਬੋਲੇ, ਕਹਿਣ ਲੱਗੇ ਇਹ ਸਥਾਨ ਰਿਖ ਰਹੇ ਹੈ ਕਿ ਨਾਹੀ। ਮਹਾਰਾਜ ਆਪਾਂ ਜਿੱਥੇ ਆਏ ਆ ਇੱਥੇ ਵੀ ਕੋਈ ਰਿਸ਼ੀ ਰਹਿੰਦਾ, ਇੱਥੇ ਵੀ ਕੋਈ ਮਹਾਂਪੁਰਸ਼ ਮਹਾਤਮਾ ਰਹਿੰਦਾ ਕਿ ਨਹੀਂ? ਜੇ ਕੋ ਹੋਏ ਮਿਲੋ ਪ੍ਰਭ ਤਾਹੀ। ਮਹਾਰਾਜ ਜੇ ਕੋਈ ਇੱਥੇ ਵੀ ਰਿਸ਼ੀ ਮੁਨੀ ਰਹਿੰਦਾ ਤੇ ਆਪਾਂ ਉਹਨੂੰ ਮਿਲੀਏ, ਮਹਾਰਾਜ ਜੀ ਉਹਦੇ ਦਰਸ਼ਨ ਕਰੀਏ। ਸੰਤਨ ਸੰਗ ਮਿਲਨ ਭਲ ਹੋਵਤ। ਕਿਉਂਕਿ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਭਲਾ ਹੁੰਦਾ ਹੈ, ਇਹੋ ਜਿਹੇ ਸਾਧੂਆਂ ਦੇ ਦਰਸ਼ਨ ਕਰਕੇ ਭਲਾ ਹੁੰਦਾ ਹੈ। ਜਿਹੇ ਬਚ ਜਲ ਕਲ ਮਲ ਮਲ ਧੋਵਤ। ਜਿਨ੍ਹਾਂ ਦੇ ਬਚਨਾਂ ਨਾਲ ਹਿਰਦਾ ਸ਼ੁੱਧ ਹੁੰਦਾ ਹੈ। ਦੋਹਰਾ ਇਸ ਗਿਰ ਪਰ ਰਿਖ ਏਕ ਹੈ ਮਿਲੈ ਆਪ ਸੋ ਆਏ। ਮਹਾਰਾਜ ਜੀ ਕਹਿੰਦੇ ਹਾਂ ਮਰਦਾਨਿਆ ਇੱਥੇ ਵੀ ਇੱਕ ਰਿਸ਼ੀ ਰਹਿੰਦਾ, ਇਕੱਲਾ ਹੀ ਹੈ ਰਿਸ਼ੀ ਉਹ, ਤੇ ਆਪਾਂ ਨੂੰ ਜਾ ਕੇ ਮਿਲਣ ਦੀ ਲੋੜ ਨਹੀਂ, ਉਹਨੇ ਆਪੇ ਹੀ ਆ ਜਾਣਾ ਇੱਥੇ।
ਉਹ ਆਪ ਹੀ ਆ ਕੇ ਆਪਾਂ ਨੂੰ ਮਿਲੇਗਾ। ਅਸ ਕਹਿ ਸ੍ਰੀ ਪ੍ਰਭ ਦਇਆ ਨਿਧ ਨਾਨ ਲਗੇ ਤੇ ਠਾਏ। ਦਇਆ ਦੇ ਸੁਆਮੀ ਇਹ ਬਚਨ ਕਹਿ ਕੇ ਪਾਤਸ਼ਾਹ ਕਹਿੰਦੇ ਅਸੀਂ ਇਸ਼ਨਾਨ ਕਰਨ ਲੱਗੇ ਆ, ਜਲ ਬੜਾ ਸੁੰਦਰ ਨਿਰਮਲ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਜਿਹੜਾ ਉਹ ਤਾਲ ਸੀ ਨਾ, ਉਹਦੇ ਵਿੱਚ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਨ ਲੱਗ ਪਏ। ਚੌਪਈ ਰਿਖ ਤੇ ਸਮੈ ਤਹਾਂ ਚੱਲ ਆਇਓ। ਸਤਿਗੁਰੂ ਜੀ ਇਸ਼ਨਾਨ ਕਰ ਰਹੇ ਸਨ, ਭਾਈ ਬਾਲਾ ਮਰਦਾਨਾ ਜੀ ਕੰਢੇ ਤੇ ਬੈਠੇ ਐ। ਇੰਨੇ ਨੂੰ ਉਹ ਜਿਹੜਾ ਰਿਸ਼ੀ ਸੀ ਉੱਥੇ ਪਹਾੜ ਤੇ ਰਹਿੰਦਾ, ਉਹ ਚੱਲ ਕੇ ਆਇਆ। ਦੇਖੇ ਮਸਜਿਦ ਬਚਨ ਅਲਾਇਓ। ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਉਹਨੇ ਇਸ਼ਨਾਨ ਕਰਦਿਆਂ ਮਹਾਰਾਜ ਜੀ ਨੂੰ ਵੇਖਿਆ ਤੇ ਵੇਖ ਕੇ ਉਹ ਮਹਾਂਪੁਰਸ਼ ਬੋਲੇ, ਮਨ ਸੁਮੇਰ ਜਿਉ ਥਿਰ ਲਿਵ ਲਾਗਾ। ਕਹਿਣ ਲੱਗਾ ਜਿਨ੍ਹਾਂ ਦਾ ਮਨ ਸੁਮੇਰ ਵਾਂਗੂ ਥਿਰ ਹੋ ਗਿਆ, ਟਿਕ ਗਿਆ, ਯਾਨੀ ਕਿ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ, ਜਿਨ੍ਹਾਂ ਦੀ ਲਿਵ ਲੱਗ ਗਈ ਹੈ। ਨੀਰ ਮੀਨ ਜਿਉ ਉਰ ਅਨੁਰਾਗਾ। ਔਰ ਉਹ ਏਦਾਂ ਪ੍ਰੇਮ ਕਰਦੇ ਆ ਪਰਮੇਸ਼ਰ ਨਾਲ ਜਿਵੇਂ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ। ਇਸੀ ਪ੍ਰਕਾਰ ਰੀਤ ਜਿਨ ਰਾਖੀ। ਉਹਨਾਂ ਦੀ ਇਹੀ ਰੀਤੀ ਆ, ਉਹਨਾਂ ਦੀ ਇਹੀ ਮਰਿਆਦਾ ਹੈ। ਤੇ ਇਸ਼ਨਾਨ ਕੀ ਰਹਿਤ ਨ ਕਾਂਖੀ। ਤੇ ਜਿਨ੍ਹਾਂ ਦਾ ਮਨ ਮੱਛੀ ਬਣ ਕੇ ਪਰਮੇਸ਼ਰ ਦੇ ਪ੍ਰੇਮ ਜਲ 'ਚ ਰਹਿੰਦਾ ਨਾ, ਉਹਨਾਂ ਨੂੰ ਆ ਬਾਹਰਲੇ ਪਾਣੀ 'ਚ ਨਹਾਉਣ ਦੀ ਲੋੜ ਨਹੀਂ ਰਹਿੰਦੀ। ਉਹਨੇ ਇੱਕ ਪ੍ਰਕਾਰ ਦਾ ਨਾ ਕਟਾਕਸ਼ ਕੀਤਾ ਸਤਿਗੁਰਾਂ ਨੂੰ ਇਸ਼ਨਾਨ ਕਰਦਿਆਂ ਵੇਖ ਕੇ। ਕਹਿਣ ਲੱਗਾ ਜਿਨ੍ਹਾਂ ਦਾ ਮਨ ਮੱਛੀ ਬਣ ਗਿਆ ਤੇ ਪਰਮੇਸ਼ਰ ਦਾ ਨਾਮ ਜਲ ਹੈ, ਤੇ ਨਾਮ ਦੇ ਜਲ 'ਚ ਜਿਨ੍ਹਾਂ ਦਾ ਮਨ ਤਾਰੀਆਂ ਲਾਉਂਦਾ, ਉਹਨਾਂ ਨੂੰ ਆ ਬਾਹਰਲੇ ਪਾਣੀ 'ਚ ਨਹਾਉਣ ਦੀ ਲੋੜ ਨਹੀਂ ਰਹਿ ਜਾਂਦੀ। ਏਦਾਂ ਉਹਨੇ ਇੱਕ ਪ੍ਰਕਾਰ ਦਾ ਖੰਡਨ ਕੀਤਾ। ਜਾਂ ਤੇ ਪਰੇ ਨ ਸਾਧਨ ਕੋਈ। ਕਹਿੰਦਾ ਇਹਦੇ ਤੋਂ ਪਰੇ ਕੋਈ ਸਾਧਨ ਹੀ ਕੋਈ ਨਹੀਂ ਮਨ ਪਵਿੱਤਰ ਕਰਨ ਦਾ। ਭਾਖੋ ਸੰਤ ਨਾਮ ਨਿਜ ਜੋਈ। ਤੇ ਸੰਤ ਜੀ ਤੁਸੀਂ ਹਾਲੇ ਵੀ ਬਾਹਰੋਂ ਨਹਾਈ ਜਾਂਦੇ ਹੋ, ਕੀ ਨਾਂ ਆ ਤੁਹਾਡਾ? ਸਤਿਗੁਰਾਂ ਨੂੰ ਪੁੱਛਦਾ ਉਹ ਰਿਸ਼ੀ। ਕਹਿੰਦਾ ਸੰਤ ਜੀ ਤੁਸੀਂ ਹਾਲੇ ਵੀ ਬਾਹਰੋਂ ਨਹਾਈ ਜਾਂਦੇ ਹੋ, ਵੀ ਜਿਨ੍ਹਾਂ ਦਾ ਮਨ ਸ਼ੁੱਧ ਹੋ ਜੇ ਉਹਨਾਂ ਨੂੰ ਬਾਹਰ ਨਹਾਉਣ ਦੀ ਲੋੜ ਹੀ ਨਹੀਂ ਹੈ, ਤੇ ਤੁਸੀਂ ਨਹਾ ਰਹੇ ਹੋ। ਸੰਤ ਜੀ ਦੱਸੋ ਕੀ ਨਾਂ ਆ ਮਹਾਰਾਜ ਤੁਹਾਡਾ? ਏਦਾਂ ਸਤਿਗੁਰੂ ਜੀ ਨੂੰ ਉਸ ਰਿਸ਼ੀ ਨੇ ਪੁੱਛਿਆ। ਸੁਨ ਕਰ ਬੋਲੇ ਮਾਇਆ ਨਿਧਾਨਾ। ਮਾਇਆ ਦੇ ਖਜ਼ਾਨੇ, ਮਾਇਆ ਕਹਿੰਦੇ ਆ ਕਿਰਪਾ ਨੂੰ, ਕਿਰਪਾ ਦੇ ਖਜ਼ਾਨੇ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬੋਲੇ, ਧਨ ਰਖੀ ਤੁਮ ਪਰਮ ਸੁਜਾਨਾ। ਮਹਾਰਾਜ ਜੀ ਕਹਿੰਦੇ ਰਿਸ਼ੀ ਜੀ ਤੁਸੀਂ ਧੰਨ ਹੋ, ਤੁਸੀਂ ਪਰਮ ਸੁਜਾਨ ਹੋ ਕਿ ਤੁਹਾਡਾ ਮਨ ਮੀਨ ਬਣ ਕੇ ਪਰਮੇਸ਼ਰ ਦੇ ਨਾਮ ਜਲ ਦਾ ਰਸ ਮਾਣਦਾ। ਮਹਾਰਾਜ ਰਿਸ਼ੀ ਜੀ ਤੁਸੀਂ ਧੰਨ ਹੋ। ਏਕੰਕਾਰ ਚਰਨ ਸਰ ਜੋ ਹੈ। ਅਕਾਲ ਪੁਰਖ ਦੇ ਜਿਹੜੇ ਚਰਨ ਨੇ ਉਹ ਸਰੋਵਰ ਹੈ, ਪਰਮੇਸ਼ਰ ਦੇ ਜਿਹੜੇ ਚਰਨ ਨੇ ਉਹ ਸਰੋਵਰ ਹੈ। ਦੇਹ ਕੋ ਲਖੋ ਮੀਨ ਮਨ ਮੋਹ ਹੈ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦੇ ਚਰਨਾਂ ਰੂਪੀ ਸਰੋਵਰ ਵਿੱਚ ਮੇਰਾ ਮਨ ਮੱਛੀ ਬਣ ਕੇ ਲੱਗਾ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਮੇਰਾ ਮਨ ਮੱਛੀ ਹੈ ਤੇ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਉਹ ਮੇਰੇ ਲਈ ਸਰੋਵਰ ਹਨ। ਉਹਦੇ ਚਰਨਾਂ ਰੂਪੀ ਸਰੋਵਰ ਵਿੱਚ ਮੇਰਾ ਇਹ ਮਨ ਰੂਪੀ ਮੱਛੀ ਸਦਾ ਹੀ ਤਾਰੀਆਂ ਲਾਉਂਦਾ ਹੈ। ਦੋਹਰਾ ਤੇ ਵਿਛੁਰਨ ਕੇ ਤਰਫ ਕੈ ਨਾਨਕ ਮਰੈ ਪਛਾਨ। ਮਹਾਰਾਜ ਜੀ ਕਹਿੰਦੇ ਰਿਸ਼ੀ ਜੀ ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਤੜਫ ਤੜਫ ਕੇ ਮਰ ਜਾਂਦੀ ਹੈ ਨਾ, ਇਉਂ ਜੇ ਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਜੇ ਮੇਰੇ ਮਨ ਚੋਂ ਵਿਸਰ ਜਾਣ ਤੇ ਨਾਨਕ ਵੀ ਤੜਫ ਤੜਫ ਕੇ ਮਰ ਜਾਏ। ਇਹ ਮੇਰੇ ਸਾਹਿਬ ਸੱਚੇ ਪਾਤਸ਼ਾਹ ਉਹ ਖੇਡ ਦੱਸਦੇ ਆ ਜਿਹੜੀ ਪ੍ਰੇਮੀ ਦੀ ਹੈ। ਸਤਿਗੁਰੂ ਜੀ ਤੇ ਆਪ ਪਰਮੇਸ਼ਵਰ ਨੇ ਖਾਲਸਾ ਜੀ। ਮਹਾਰਾਜ ਜੀ ਕਹਿੰਦੇ ਨਾਨਕ ਮਰੈ ਪਛਾਨ, ਨਾਨਕ ਵੀ ਮਰ ਜਾਏ ਤੜਫ ਤੜਫ ਕੇ ਜੇ ਉਹਦੇ ਚਰਨ ਇਹਦੇ ਹਿਰਦੇ ਚੋਂ ਵਿਸਰ ਜਾਣ। ਮੈਂ ਜੀਵਦਾ ਹੀ ਤਾਂ ਹਾਂ ਜੇ ਉਹਨੂੰ ਆਖਦਾ ਹਾਂ, ਆਖਾਂ ਜੀਵਾਂ ਵਿਸਰੈ, ਜੇ ਉਹ ਵਿਸਰੇ ਤੇ ਮਰ ਜਾਵਾਂ। ਹਾਂਜੀ ਤੇ ਤਰੰਗ ਮੈਂ ਰਹਿਣ ਦਿਲ ਕੇਲ ਕਰੈ ਸੁਖ ਮਾਨ। ਉਹਦੇ ਨਾਮ ਰੂਪੀ ਜਲ ਦੀਆਂ ਤਰੰਗਾਂ ਵਿੱਚ ਮੇਰਾ ਇਹ ਮਨ ਸਦਾ ਹੀ ਕੇਲਾਂ ਕਰਦਾ ਹੈ। ਉਹਦੀਆਂ ਤਰੰਗਾਂ ਦੇ ਵਿੱਚ, ਉਹਦੀਆਂ ਲਹਿਰਾਂ ਦੇ ਵਿੱਚ ਸਦਾ ਹੀ ਸੁਖ ਮਾਣਦਾ ਹੈ। ਨੌ ਦਰ ਸਰਵਹਿ ਸਦਾ ਹੀ ਆਤਮਲੀਨਤਾ ਜੋਏ। ਰਹੀ ਗੱਲ ਸਰੀਰ ਦੇ ਇਸ਼ਨਾਨ ਦੀ, ਤੋ ਸੰਤ ਜੀ ਇਹਦੇ ਬਾਰੇ ਵੀ ਸੁਣੋ। ਆ ਜਿਹੜੇ 9 ਇੰਦਰੇ ਨੇ ਇਹਨਾਂ ਚੋਂ ਹਮੇਸ਼ਾ ਗੰਦਗੀ ਵਗਦੀ ਹੈ ਕਿ ਨਹੀਂ ਵਗਦੀ? ਅੱਖਾਂ ਨਾ ਧੋਵੋ ਗਿੱਡ ਵਗਦਾ, ਨਾਸਕਾ ਵਿੱਚੋਂ ਵੀ ਕਹਿੰਦੇ ਜੇ ਇਹਦੀ ਸਫਾਈ ਨਾ ਹੋਵੇ ਮੂੰਹ ਦੀ,
ਇਹ 9 ਇੰਦਰੇ ਨੇ ਜਿਹੜੇ, ਇਹਨਾਂ ਵਿੱਚੋਂ ਹਮੇਸ਼ਾ ਸਰੀਰ ਦੀ ਗੰਦਗੀ ਸਰਬਦੀ ਹੈ। ਸ਼ੁੱਧ ਹੋਤ ਜਲ ਕੇ ਮਿਲੇ ਉਚਿਤ ਇਸ਼ਨਾਨ ਤੇ ਹੋਏ। ਜਦੋਂ ਜਲ ਨਾਲ ਇਸ਼ਨਾਨ ਕਰੀਏ 9 ਇੰਦਰੇ ਸ਼ੁੱਧ ਹੁੰਦੇ ਆ। ਇਸ ਕਰਕੇ ਸਰੀਰ ਦਾ ਇਸ਼ਨਾਨ ਅਸੀਂ ਤਾਂ ਕਰ ਰਹੇ ਹਾਂ, ਮਹਾਰਾਜ ਜੀ ਕਹਿੰਦੇ। ਇਹ ਵੀ ਜ਼ਰੂਰੀ ਹੈ ਸੰਤ ਜੀ, ਐਸਾ ਨਹੀਂ ਕਿ ਸਰੀਰ ਦਾ ਇਸ਼ਨਾਨ ਜ਼ਰੂਰੀ ਨਹੀਂ। ਕੋਈ ਆਖਿਆ ਜੀ ਮਨ ਸ਼ੁੱਧ ਹੋਣਾ ਚਾਹੀਦਾ, ਤਨ ਧੋਣ ਦੀ ਅਕਸਰ ਪੋਹ ਮਾਹ ਦੇ ਦਿਨਾਂ ਵਿੱਚ ਕਈਆਂ ਨੇ ਇਹ ਬਚਨ ਅਪਣਾਇਆ ਹੁੰਦਾ। ਜਦੋਂ ਸਰਦੀ ਹੁੰਦੀ ਹੈ ਉਦੋਂ ਲਿਖ ਲਿਖ ਕੇ ਪਾਇਆ ਹੁੰਦਾ ਕਈਆਂ ਨੇ। ਇੱਕ ਟੂਟੀ ਇਹੋ ਜਿਹੀ ਵੀ ਲਾਣੀ ਚਾਹੀਦੀ ਆ ਵੀ ਜਿਹੜੀ ਸਿਆਲਾਂ ਦੇ ਦਿਨਾਂ ਵਿੱਚ ਵਰਤੀ ਜੇ, ਵੀ ਪਾਣੀ ਨਾ ਚੱਲੇ ਉਹਦੇ ਚੋਂ, ਉਹਦੇ ਥੱਲੇ ਬਹਿ ਜਾਈਏ। ਯਾਨੀ ਕਿ ਉਹ ਕਹਿੰਦੇ ਮਨ ਸ਼ੁੱਧ ਹੋਣਾ ਚਾਹੀਦਾ, ਤਨ ਨਹਾਤਿਆਂ ਕਹਿੰਦੇ ਨਹਾਤਿਆਂ ਧੋਤਿਆਂ ਜੇ ਰੱਬ ਮਿਲ ਜਾਂਦਾ ਮੱਛੀਆਂ ਡੱਡੀਆਂ ਨੂੰ, ਉਹ ਰਹਿੰਦੇ ਹੀ ਪਾਣੀ ਜਿਹਨੂੰ ਉਹਨਾਂ ਨੂੰ ਮਿਲ ਜਾਂਦਾ ਜੀ ਰੱਬ। ਮਹਾਰਾਜ ਜੀ ਨੇ ਸਾਡੇ ਸਰੀਰ ਦੇ ਇਸ਼ਨਾਨ ਦਾ ਵੀ ਹੁਕਮ ਕੀਤਾ। ਜਦੋਂ ਪਾਤਸ਼ਾਹ ਨੇ ਮਰਿਆਦਾ ਦੱਸਦੇ ਆ ਨਾ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਭਲਕੇ ਉਠਾਰ ਨਾਮ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ। ਇਹ ਪਾਤਸ਼ਾਹ ਜਦੋਂ ਮਰਿਆਦਾ ਦੱਸਦੇ ਆ, ਫਿਰ ਜਦੋਂ ਭਜਨ ਕਰਨ ਦੀ ਮਰਿਆਦਾ ਦੱਸਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਕ, ਤਾਂ ਹੁਕਮ ਕਰਦੇ ਇਸ਼ਨਾਨ ਦਾ। ਪਾਤਸ਼ਾਹ ਕਹਿੰਦੇ ਜਿਹੜੇ 9 ਇੰਦਰੇ ਨੇ ਤਾਂ ਪਾਣੀ ਨਾਲ ਹੀ ਸ਼ੁੱਧ ਹੋਣੇ ਨੇ, ਇਹ ਤਾਂ ਨਹੀਂ ਭਜਨ ਨਾਲ ਸ਼ੁੱਧ ਹੋਣੇ। ਭਜਨ ਨਾਲ ਮਨ ਸ਼ੁੱਧ ਹੋਣਾ। 9 ਇੰਦਰੇ ਜਿਹੜੇ ਨੇ ਤਾਂ ਜਲ ਨਾਲ ਹੀ ਸ਼ੁੱਧ ਕਰਨੇ ਆ। ਕੁਦਰਤ ਨੇ ਬਣਾਇਆ ਜਲ, ਕੁਦਰਤ ਨੇ 9 ਇੰਦਰੇ ਬਣਾਏ ਐ ਤੇ ਜਲ ਨਾਲ ਇਹ ਸ਼ੁੱਧ ਕਰਨੇ ਹਨ। ਹਾਂਜੀ। ਚੌਪਈ ਨਾਨਕ ਨਾਮ ਸੁਨਿਓ ਰਿਖ ਜਬ ਹੀ। ਜਦੋਂ ਰਿਸ਼ੀ ਨੇ ਸੁਣਿਆ ਵੀ ਇਹ ਤਾਂ ਨਾਨਕ ਜੀ ਨੇ, ਜਦੋਂ ਸਤਿਗੁਰਾਂ ਨੇ ਆਖਿਆ ਨਾ ਨਾਨਕ ਮਰੈ ਪਛਾਣ, ਉਹਨੇ ਸੁਣਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਹਨ। ਬੰਧਨ ਕਰੀ ਬੰਦ ਕਰ ਤਬ ਹੀ। ਉਸੇ ਵੇਲੇ ਜ਼ਮੀਨ ਤੇ ਡਿੱਗ ਕੇ ਮੱਥਾ ਟੇਕਿਆ, ਖਿਮਾ ਖਿਮਾ ਖਿਮਾ, ਮਹਾਰਾਜ क्षमा ਕਰੋ, क्षमा ਕਰੋ, ਮੈਂ ਤੁਹਾਡੇ ਤੇ ਵਿਅੰਗ ਕਰ ਬੈਠਾ, क्षमा ਕਰਿਓ, ਮੈਨੂੰ ਪਤਾ ਨਹੀਂ ਸੀ ਤੁਸੀਂ ਹੋ। ਪਹਿਲੀ ਵਾਰ ਆਪ ਜੀ ਦੇ ਦਰਸ਼ਨ ਹੋ ਰਹੇ ਹਨ। ਨਮਸਕਾਰ ਕੀਤੀ ਜ਼ਮੀਨ ਤੇ ਡਿੱਗ ਕੇ ਮਹਾਂਪੁਰਸ਼ਾਂ ਨੇ। ਕਹਿਣ ਲੱਗਿਓ ਕੀਨੀ ਬਹੁ ਦਇਆ। ਕਹਿਣ ਲੱਗਾ ਇਹ ਰਿਸ਼ੀ ਮਹਾਰਾਜ ਬੜੀ ਦਇਆ ਕੀਤੀ ਹੈ ਆਪ ਜੀ ਨੇ, ਬੜਾ ਹੀ ਤਰਸ ਕੀਤਾ ਹੈ। ਤੁਮ ਹਰ ਰੂਪ ਦਰਸ ਮੁਝ ਦਇਆ। ਤੁਸੀਂ ਹਰੀ ਦਾ ਰੂਪ ਹੋ ਤੇ ਆ ਕੇ ਮੈਨੂੰ ਦਰਸ਼ਨ ਦਿੱਤੇ ਆ ਮਹਾਰਾਜ, ਇਹ ਬੜਾ ਹੀ ਤਰਸ ਕੀਤਾ ਤੁਸੀਂ, ਇਹ ਬੜੀ ਰਹਿਮਤ ਕੀਤੀ ਹੈ ਮਹਾਰਾਜ। ਤੁਸੀਂ ਹਰੀ ਰੂਪ ਹੋ ਤੇ ਹਰੀ ਰੂਪ ਆਪ ਆ ਕੇ ਮੈਨੂੰ ਦਰਸ਼ਨ ਦੇ ਰਹੇ ਹੋ। ਹਉ ਅਨਜਾਨ ਨਾ ਪੂਰਬ ਜਾਣਿਓ। ਮੈਂ ਅਣਜਾਣ ਸੀ ਮਹਾਰਾਜ, ਪਹਿਲਾਂ ਜਾਣ ਨਹੀਂ ਸਕਿਆ ਤੁਹਾਡੇ ਬਾਰੇ, ਮੈਨੂੰ ਨਹੀਂ ਸੀ ਪਤਾ ਤੁਸੀਂ ਗੁਰੂ ਨਾਨਕ ਸਾਹਿਬ ਹੋ। ਅਬ ਜਾਣਿਓ ਜਬ ਨਾਮ ਬਖਾਨਿਓ। ਹੁਣ ਤੁਸੀਂ ਆਪਣਾ ਨਾਂ ਦੱਸਿਆ, ਮੈਂ ਤਾਂ ਜਾਣਿਆ ਮਹਾਰਾਜ, ਮੈਨੂੰ ਤਾਂ ਪਤਾ ਲੱਗਾ ਹੈ। ਕਲੀ ਕਾਲ ਮਤ ਮੰਦ ਲਖੇ ਨਰ। ਮਹਾਰਾਜ ਕਲੀ ਕਾਲ ਦੇ ਮਾੜੀ ਮੱਤ ਵਾਲੇ ਜੀਵਾਂ ਨੂੰ ਵੇਖ ਕੇ ਜਾਂ ਤੇ ਹਰਿ ਅਵਤਾਰ ਧਰਾ ਤਰ। ਤੁਸੀਂ ਧਰਤੀ ਤੇ ਅਵਤਾਰ ਧਾਰਨ ਕਰਕੇ ਆਇਓ ਮਹਾਰਾਜ। ਕਲੀ ਕਾਲ ਦੇ ਮਾੜੀ ਮੱਤ ਵਾਲੇ ਜੀਵਾਂ ਤੇ ਤਰਸ ਕਰਨ ਲਈ ਅਵਤਾਰ ਧਾਰ ਕੇ ਆਏ ਹੋ। ਕਲ ਕੇ ਸਭ ਦੁੱਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ। ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਮਹਾਰਾਜ ਜੀ ਕਲੀ ਕਾਲ ਦੇ ਜੀਵਾਂ ਦੇ ਦੁੱਖ ਦੂਰ ਕਰਨ ਵਾਸਤੇ ਤੁਸੀਂ ਇਸ ਭਵ ਸਾਗਰ ਵਿੱਚ ਸੰਸਾਰ ਵਿੱਚ ਆਏ ਹੋ। ਪੂਰਬ ਸੁਣੀ ਤੁਮਾਰੀ ਗਾਥਾ। ਮਹਾਰਾਜ ਮੈਂ ਤੁਹਾਡੀ ਗਾਥਾ ਪਹਿਲੋਂ ਸੁਣੀ ਹੈ ਕਿ ਤੁਸੀਂ ਕਲ ਤਾਰਨ ਗੁਰ ਨਾਨਕ ਆਇਆ। ਮਹਾਰਾਜ ਤੁਸੀਂ ਜੀਵਾਂ ਨੂੰ ਤਾਰਨ ਆਏ ਹੋ ਸੰਸਾਰ ਵਿੱਚ, ਤੁਹਾਡੀ ਗਾਥਾ ਮੈਂ ਪਹਿਲਾਂ ਸੁਣੀ ਹੈ, ਤੁਹਾਡੀ ਮਹਿਮਾ ਮੈਂ ਪਹਿਲਾਂ ਸੁਣੀ ਹੈ। ਦਰਸ ਦੀਨ ਅਬ ਕੀਨ ਸਨਾਥਾ। ਆਪ ਜੀ ਨੇ ਦਰਸ਼ਨ ਦੇ ਕੇ ਮੈਨੂੰ ਸਨਾਥ ਕਰ ਦਿੱਤਾ ਹੈ, ਮੇਰਾ ਜੀਵਨ ਕਿਰਤਾਰਥ ਹੋ ਗਿਆ। ਅੱਜ ਮੈਂ ਧਨ ਹੋ ਗਿਆ ਤੁਹਾਡੇ ਦਰਸ਼ਨ ਕਰਕੇ। ਮਨ ਸਾ ਪ੍ਰੇਮ ਹੋਵੇ ਗਦ ਗਦ ਬਾਨੀ। ਪ੍ਰੇਮ ਨਾਲੇ ਦਾ ਗਲਾ ਗਦਗਦ ਹੋ ਗਿਆ, ਮਹਾਂਪੁਰਸ਼ ਦਾ ਕੰਠ ਰੁਕ ਗਿਆ, ਨੇਤਰ ਸਜਲ ਹੋ ਗਏ। ਮਹਾਰਾਜ ਬੜੀ ਕਿਰਪਾ ਕੀਤੀ ਹੈ ਆਪ ਨੇ, ਬੜਾ ਹੀ ਤਰਸ ਕੀਤਾ ਹੈ ਕਿ ਆਪ ਜੀ ਮਿਹਰਾਂ ਦੇ ਘਰ ਵਿੱਚ ਆ ਕੇ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਮੈਂ ਵਾਰੇ ਅੱਜ ਦੀ ਇਸ ਘੜੀ ਤੋਂ ਮੈਂ ਸਫਲ ਹੋ ਗਿਆ ਮਹਾਰਾਜ, ਅੱਜ ਮੈਂ ਧਨ ਹੋ ਗਿਆ, ਕਿਰਤਾਰਥ ਹੋ ਗਿਆ ਹਾਂ। ਜਾਨੀ ਸਫਲੀ ਦੇਹ ਮਹਾਨੀ। ਮੇਰੀ ਇਹ ਦੇਹ ਸਫਲ ਹੋ ਗਈ ਹੈ ਮਹਾਰਾਜ। ਅੱਜ
ਇਹ ਸਰੀਰ ਸਫਲ ਹੋ ਗਿਆ ਹੈ। ਮੁਨ ਕੋ ਪ੍ਰੇਮ ਦੇਖ ਗਤ ਦਾਨੀ, ਸਤਿਗੁਰੂ ਜੀ ਨੇ ਇਸ ਰਿਸ਼ੀ ਦਾ ਪ੍ਰੇਮ ਵੇਖਿਆ। ਮ੍ਰਿਦੁਲ ਮਧੁਰ ਮੁਖ ਬੋਲੇ ਬਾਨੀ, ਮਿਰਦਲ ਕੋਮਲ ਮਿੱਠੇ ਬੋਲ ਸਤਿਗੁਰੂ ਜੀ ਬੋਲੇ। ਜੇ ਨਰ ਤੁਮਰਾ ਕਰਤ ਮਿਲਾਪੈ, ਮਹਾਰਾਜ ਜੀ ਕਹਿੰਦੇ ਹੇ ਰਿਸ਼ੀ ਵਰ, ਜਿਹੜੇ ਨਰ ਤੇਰੇ ਨਾਲ ਮਿਲਦੇ ਹਨ ਤਿਨ ਕੋ ਮਾਇਆ ਮੋਹ ਨਾ ਵਿਆਪੈ, ਉਹਨਾਂ ਨੂੰ ਵੀ ਮਾਇਆ ਦਾ ਮੋਹ ਨਹੀਂ ਵਿਆਪਦਾ। ਤੈਂ ਤਾਂ ਮਾਇਆ ਤੋਂ ਮੁਕਤ ਹੋਇਆ ਹੀ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਤੇਰੇ ਨਾਲ ਮਿਲਦੇ ਐ ਉਹਨਾਂ ਨੂੰ ਵੀ ਮਾਇਆ ਦਾ ਮੋਹ ਨਹੀਂ ਵਿਆਪਦਾ। ਸਤ ਸੰਗਤ ਹੈ ਸੁਖ ਇਸ ਥਾਨਾ, ਤੇਰੇ ਜੈਸੇ ਸਤ ਪੁਰਸ਼ਾਂ ਦੀ ਜਿਹੜੀ ਸੰਗਤ ਹੈ ਨਾ, ਹੇ ਸੰਤ ਜੀ, ਤੁਹਾਡੇ ਜੈਸੇ ਸਤਪੁਰਖਾਂ ਦੀ ਜਿਹੜੀ ਸੰਗਤ ਹੈ ਉਹ ਸੁਖ ਦਾ ਸਥਾਨ ਹੈ। ਉੱਥੇ ਸਾਰੇ ਸੁਖ ਕਹਿ ਸਕਦੇ ਹਾਂ। ਅਪਰ ਪਦਾਰਥ ਕੋ ਨਾ ਸਮਾਨਾ, ਤੇ ਤੁਹਾਡੇ ਜੈਸੇ ਸਤਪੁਰਸ਼ਾਂ ਦੀ ਸੰਗਤ ਵਿੱਚ ਜਿਹੜਾ ਸੁਖ ਹੈ ਉਹਦੇ ਬਰਾਬਰ ਦੁਨੀਆ 'ਚ ਕੋਈ ਵੀ ਪਦਾਰਥ ਨਹੀਂ ਹੈ। ਉਹਦੇ ਤੁਲ ਦੁਨੀਆ 'ਚ ਕੋਈ ਪਦਾਰਥ ਨਹੀਂ। ਇਸ ਪ੍ਰਕਾਰ ਕਹਿ ਪੰਕਜ ਬਦਨਾ, ਇਸ ਪ੍ਰਕਾਰ ਨਾਲ ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਫਰਮਾਏ। ਆਨ ਥਾਨ ਗਮਨੇ ਸੁਖ ਸਦਨਾ, ਸੁੱਖਾਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਮਹਾਂਪੁਰਸ਼ ਨੂੰ ਆਪਣੇ ਦਰਸ਼ਨ ਦੇ ਕੇ ਇੱਥੋਂ ਵਿਦਾ ਹੋ ਕੇ ਹੋਰ ਪਾਸੇ ਹੋਰ ਜੀਵਾਂ ਨੂੰ ਤਾਰਨੇ ਵਾਸਤੇ, ਹੋਰ ਜੀਵਾਂ ਦੇ ਭਲੇ ਵਾਸਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਜੀ ਚੱਲ ਪਏ। ਦਇਆਨਿਧ ਸੁਆਮੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀਆਂ ਪਾਵਨ ਵਡਿਆਈਆਂ, ਗੁਰਦੇਵ ਦੀਆਂ ਸਿਫਤਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ। ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਪਾਨਿਦ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ
ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਾਪੁਰੀ ਹਰਿੰਦਰ ਨਗਰ ਸਰਹੰਦ ਰੋਡ ਪਟਿਆਲਾ ਤੋਂ ਕੱਲ 9ਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਦੁਪਹਿਰੇ 1 ਵਜੇ ਪ੍ਰਾਰੰਭ ਹੋਣਗੇ, ਜੋ ਸ਼ਹਿਰ ਦੇ ਬਾਜ਼ਾਰਾਂ 'ਚ ਹੁੰਦਿਆਂ ਹੋਇਆਂ ਸ਼ਾਮ ਨੂੰ ਉੱਥੇ ਹੀ ਸਮਾਪਤੀ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਨਗਰ ਕੀਰਤਨਾਂ ਵਿੱਚ ਸ਼ਮੂਲੀਅਤ ਕਰਕੇ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी की फतेह। वाहिगुरु।
नानक सर्व कला समरथ डोलन ते रखो प्रभु डोलन ते रखो प्रभु नानक दे कर हथ नानक दे कर हथ नानक दे कर हथ जेता समंद सागर नीर भरिया ते अवगण हमारे दया करो किछ मेहर पाओ डूब दे पत्थर तारे डूब दे पत्थर तारे डूब दे पत्थर तारे जियड़ा अग्न बराबर तपै भीतर वगै काती प्राणमत नानक हुक्म पछाण सुख होवे दिन राती सुख होवे दिन राती आनंद गुणे निधान गुरु गरीब निवाज गरीब निवाज गरीब निवाज काहे रे बन खोजन जाई काहे रे बन खोजन जाए काहे रे बन खोजन जाए काहे रे बन खोजन जाए सर्व निवासी सदा रे पा सर्व निवासी सदा रे पा तो ही संग समाई काहे रे बन खोजन जाए काहे रे बन खोजन जाए काहे रे बन खोजन जाए पमद जो बास बसत है वह पमद जो बास बसत है मोह कर्मा है जय
जैसे छाए। वह पमद जो बास बसत है, वह पमद जो बास बसत है, मोह कर्मा है जैसे छाए। मोह कर्मा है जैसे छाए। मत जो बास बसत है, मद जो बास बसत है, मोह कर्मा है जैसे छाए। वह मद जो बास बसत है, वह मद जो बास बसत है, मोह कर्मा है जैसे छाए। जैसे ही हर बसे निरंतर, तैसे ही हर बसे निरंतर, कट ही खोजो पाई, कट ही खोजो पाई। कट ही खोजो पाई। कट ही खोजो पाए। काहे रे बन खोजन जाए, काहे रे बन खोजन जाए, काहे रे बन खोजन जाए। सर्वनिवासी सदा रे पास, सर्वनिवासी सदा रे पास, तो ही संग समाए, तो ही संग समाए। काहे रे बन खोजन जाए, काहे रे बन खोजन जाए। बाहर भीतर एक जानो, बाहर भीतर एक जानो, ए गुरु ज्ञान बतावे। जन नानक बिन आपा जीने, जन नानक बिन आपा जीने। मिटे ना भ्रम की काई,
मिटे ना भ्रम की काई। मिटे ना भ्रम की काई। काहे रे बन हो जन जाए। काहे रे बन हो जन जाए। काहे रे बन हो जन जाए। सर्व निवासी सदा रे पास। सर्व निवासी सदा रे पास। तो ही संग समाए। काहे रे बन हो जन जाए। काहे रे बन हो जन जाए। काहे रे बन। काहे रे बन। काहे रे बन हो जन जाए। जा मीत साजन है समिया। जा मीत साजन है समिया। साजन है समिया। इस जन को कहो का की कमियां। जन को कहता की कमियां। जा मीत साजन है समिया। साजन है समिया। जाकी प्रीत गोविंद सो लागी। जाकी प्रीत गोविंद सो लागी। दुख दर्द रमता का पागी। दुख दर्द रमता का पागी। दुख दर्द रमता का पागी।
या साजन है समिया इस जन को कहका की कमी या इस जन को कहका की कमी जाकर मीत साजन है समिया साजन है समिया जाकर मीत साजन है समिया साजन है समिया जाको रस हर रस है आयो जाको रस हर रस है आयो सोन रस सोवन रस नहीं लपटायो सोवन रस नहीं लपटायो जाको रस अनरस है